सतनाम वाहिगुरु साहिब जी। हम सर दीन दयाल न तुम सर, अब पतियार क्या कीजै। बचनी तोर मोर मन मानै, जन को पूरन दीजै। हौ बल बल जाओ रमैया कारने, कारण कवन बोल। बहुत जन्म बिछुरे थे माधो, यह जन्म तुम्हारे लिखे। कह रविदास आस लग जीवो, चिर पयो दर्शन देखे। बेसुमार अथाह गणत तोलै, जो बुलावो त्यो नानक दास बोलै। सतनाम वाहिगुरु साहिब जी। जेन कला तहार्यो आकाशं, बैसंतरं काष्ठ बेसटं। जेन कला तहार्यो आकाशं, बैसंतरं काष्ठ बेसटं। जेन कला सस सूर नक्षत्र ज्योत्यं, सासं शरीर तहारणं। जेन कला मात गर्भ प्रतिपालं, नः छेदन्त जठर रोगणः। तेन कला स्तंभं सरोवरं, नानक नः सृजन्त तरंग तोयणः। तेन कला स्तंभं सरोवरं, नानक नः सृजन्त तरंग तोयणः। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज दीनानाथ, दीन प्रतिपालक, दीन रक्षक, दीन करुणामय सतगुरु श्री गुरु ग्रंथ साहिब जी दीन दयाल पातशाह। तिन्हां दी अपार मेहरामत है, दया बख्शिश है, जो आप सब गुरसिख सतसंगी जन गुरु की पावन पवित्र हजूरी दे विच सतसंगत रूप दे विच जुड़ बैठ के अपने जीवन की सब तो अमोलक ते सब तो जरूरी कार कमाउण दा यतन करदिआं होइआं गुरु की मेहरामत दे पात्र बनन दा निर्मल उद्यम कर रहे हो। सतगुरु साहिब जी बाणी दे अंतर्गत बख्शिश करते हैं, रे मूड़े लाहे को तू ढीला ढीला, टोटे को बेग ताया। सवस्त वखर तू किन्ने नाई, पापी बाधा रे नाया। मनुखी जीवन की ये फितरत है कि जिस कारज दे विच, जिस सिलसिले दे विच दिसदा होया पदार्थक लाभ थोड़ा ख्याल पवे, मनुख उहदे वल जिहड़ा अपना यतन है
ਵਧੀਕ ਕਰਦਾ ਹੈ। ਇਹ ਇੱਕ ਪਹਿਲਾ ਨੁਕਤਾ ਹੈ। ਦੂਜਾ ਨੁਕਤਾ ਹੈ ਕਿ ਜਦੋਂ ਮਨੁੱਖ ਦਾ ਜੀਵਨ ਮਨ ਦੇ ਤਲ 'ਤੇ ਮਾਇਆ ਦੇ ਪ੍ਰਭਾਵ ਦੇ ਤਲ 'ਤੇ ਚੱਲ ਰਿਹਾ ਹੁੰਦਾ ਹੈ, ਉਦੋਂ ਉਹ ਉਹੋ ਜਿਹੀ ਇਕੱਠ ਵਿੱਚ ਜੁੜਨਾ ਚਾਹੁੰਦਾ ਹੈ, ਉਹੋ ਜਿਹੀ ਮਜਲਿਸ ਦੇ ਵਿੱਚ ਜਾ ਕੇ ਬਹਿਣਾ ਚਾਹੁੰਦਾ ਹੈ ਜਿੱਥੋਂ ਮਨ ਦੇ ਵਿਕਾਰਾਂ ਦੀ ਜਿਹੜੀ ਵਾਸ਼ਨਾਮਈ ਤ੍ਰਿਪਤੀ ਹੁੰਦੀ ਹੈ। ਇਸ ਕਰਕੇ ਸਤਸੰਗਤ ਘੱਟੋ ਘੱਟ ਇਹਨਾਂ ਦੋ ਨੁਕਤਿਆਂ ਵਾਲੇ ਮਨੁੱਖਾਂ ਦੇ ਲਈ ਮੁਸ਼ਕਿਲ ਹੈ। ਇੱਕ ਤਾਂ ਜਿਨ੍ਹਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ ਨਹੀਂ ਹੈ, ਤਾਂ ਉਹ ਸਤਸੰਗਤ ਨੂੰ ਪਦਾਰਥਕ ਲਾਭ ਤੋਂ ਦੇਖਦਿਆਂ ਹੋਇਆਂ ਇਸ ਅਨੁਸਾਰ ਜਾਂਚਦੇ ਨੇ। ਇੱਕ ਤਾਂ ਅਜਿਹੇ ਮਨੁੱਖ ਸਤਸੰਗਤ ਦੇ ਅਧਿਕਾਰੀ ਨਹੀਂ ਹੋ ਸਕਦੇ। ਦੂਜੇ ਅਜਿਹੇ ਮਨੁੱਖ ਜਿਨ੍ਹਾਂ ਦਾ ਹਿਰਦਾ ਕੂੜ ਨਾਲ ਭਰਿਆ ਹੋਇਆ ਹੈ ਕਿ ਵਾਸਨਾ ਦੀ ਤ੍ਰਿਪਤੀ ਦੀ ਹਰ ਵੇਲੇ ਜਿਨ੍ਹਾਂ ਨੂੰ ਲੱਗੀ ਰਹਿੰਦੀ ਹੈ, ਉਹਨਾਂ ਦੇ ਲਈ ਵੀ ਸਤਸੰਗਤ ਵਿੱਚ ਬੈਠਣਾ ਕਠਿਨ ਹੈ। ਗੁਰਬਾਣੀ ਦਾ ਪਾਵਨ ਵਾਕ ਹੈ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਆਜੀਵਨ ਭਰ ਕੂੜਿਆਰੀ ਸਾਧਨਾ ਕੀਤੀ ਹੈ, ਅਗਰ ਕਿਸੇ ਪ੍ਰੇਰਣਾ ਕਰਕੇ ਸਤਸੰਗਤ ਚਲਾ ਵੀ ਗਿਆ ਤਾਂ ਉੱਥੇ ਜਦ ਕੂੜ ਦੀ ਚਰਚਾ ਕੀਤੀ ਜਾਏਗੀ, ਸੱਚ ਦਾ ਪ੍ਰਕਾਸ਼ ਕਰਨ ਦੇ ਲਈ ਕੂੜ ਤੋਂ ਛੁਟਕਣ ਦੀਆਂ ਜੁਗਤੀਆਂ ਦ੍ਰਿੜ ਕਰਾਈਆਂ ਜਾਣਗੀਆਂ ਗੁਰੂ ਉਪਦੇਸ਼ ਦੁਆਰਾ, ਤਾਂ ਉਹ ਇਨਸਾਨ ਉੱਥੇ ਪਛੇਮਾਨ ਹੋ ਜਾਏਗਾ। ਸੋ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਉਹ ਉੱਤਮ ਕਰਮ, ਉਦਾਹਰਨ ਦੇ ਤੌਰ 'ਤੇ ਵਿੱਦਿਆ ਦਾ ਧਨ 10-15 ਸਾਲ ਲਾ ਕੇ ਅਸੀਂ ਕਮਾਉਂਦੇ ਹਾਂ ਸਕੂਲ ਕਾਲਜ ਆਦਿਕ ਦੇ ਵਿੱਚ, ਆਜੀਵਨ ਪਰ ਉਹ ਵਿੱਦਿਆ ਦਾ ਫਿਰ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਬਚਪਨ ਦੇ ਵਿੱਚ ਖਾਧੀ ਹੋਈ ਚੰਗੀ ਜਵਾਨੀ ਅਵਸਥਾ ਤੱਕ ਚੰਗੀ ਖੁਰਾਕ ਆਜੀਵਨ ਭਰ ਤੰਦਰੁਸਤੀ ਦਾ ਆਲਮ ਹੋ ਕੇ ਸਾਡਾ ਸਾਥ ਨਿਭਾਉਂਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਇਹ ਕਰਮ ਤਾਂ ਜਿੱਥੇ ਪ੍ਰਤੱਖ ਫਾਇਦਾ ਦਿਸਦਾ ਹੈ, ਇਸੇ ਪ੍ਰਕਾਰ ਜਿਹੜਾ ਸਤਸੰਗਤ ਵਿੱਚ ਜੁੜ ਕੇ ਆਪਣੇ ਉੱਤਮ ਕਰਮਾਂ ਦੀ ਸਾਧਨਾ ਕਰ ਲੈਂਦਾ, ਇਸ ਲੋਕ ਦੇ ਵਿੱਚ ਵੀ ਉਹਦਾ ਜਿਉਣਾ ਸਹਿਲਾ ਹੁੰਦਾ ਹੈ ਅਤੇ ਪ੍ਰਲੋਕ ਵਾਲਾ ਜੀਵਨ, ਸਰੀਰ ਤੋਂ ਪਾਰਲਾ ਜੀਵਨ ਵੀ ਉਹਦਾ ਜਿਹੜਾ ਹੈ ਉਹ ਸਹਿਜ ਬਣਿਆ ਰਹਿੰਦਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਰੋਜ਼ਾਨਾ ਕਰਕੇ ਗੁਰੂ ਕਿਰਪਾ ਦੇ ਪਾਤਰ ਬਣਦੇ ਹੋ। ਸਤਿਗੁਰੂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰ ਰਹੇ ਸਾਂ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਨਾਲ ਜੁੜਨ ਤੋਂ ਪਹਿਲਾਂ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਨੇ ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ 2 ਸ਼ਲੋਕਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕਰਕੇ, ਕੱਲ੍ਹ ਵਾਲੇ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਕਿ ਜੋ ਅਕਾਲ ਪੁਰਖ ਦੀ ਹੋਂਦ ਨੂੰ, ਉਹਦੀ ਵਿਆਪਕਤਾ ਨੂੰ ਬੁੱਝ ਕੇ ਉਹਦੀ ਓਟ ਸ਼ਰਨ ਲੈਂਦੇ ਹਨ, ਫਿਰ ਉਹਨਾਂ ਦੇ ਸਮੁੱਚੇ ਜੀਵਨ ਦੀ ਰੱਖਿਆ ਪਰਮੇਸ਼ਵਰ ਦੇ ਨਾਮ ਆਧਾਰ ਦੁਆਰਾ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਨੇ ਸ਼ਲੋਕ ਦੇ ਅੰਤ ਵਿੱਚ ਬਖਸ਼ਿਸ਼ ਕੀਤੀ ਸੀ, ਭਗਤ ਵਸ਼ਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤਹ, ਕਿ ਉਹ ਸਦਾ ਹੀ ਭਗਤਾਂ ਦਾ ਵਛਲ ਹੈ। ਜਿਵੇਂ ਸੰਸਾਰੀ ਮਨੁੱਖ ਸੰਸਾਰ ਦੇ ਤਲ 'ਤੇ ਜਿਉਂਦੇ ਨੇ ਅਤੇ ਉਹਨਾਂ ਦੇ ਮਨ ਦੇ ਅੰਦਰ ਇਹ ਖਿਆਲ ਰਹਿੰਦਾ ਹੈ ਕਿ ਜਦ ਕੋਈ ਜੀਵਨ ਦਾ ਸੰਕਟ ਬਣਿਆ ਤਾਂ ਜੋ ਸਾਡੇ ਮਿੱਤਰ ਸੰਬੰਧੀ ਜਾਣਕਾਰ ਹਨ ਉਹ ਸਾਡੇ ਮਦਦਗਾਰ ਹੋਣਗੇ। ਪਰ ਜਿਹੜੇ ਭਗਤ ਸਰੂਪ ਭਗਤੀ ਸਾਧਨਾ ਵਾਲੇ ਗੁਰਸਿੱਖ ਹੁੰਦੇ ਹਨ, ਉਹਨਾਂ ਨੇ ਆਪਣਾ ਜਿਹੜਾ ਓਟ ਤਾਣ ਆਸਰਾ ਸਾਰਾ ਕੁਝ ਉਸ ਮਾਲਕ ਪਰਮੇਸ਼ਰ ਨੂੰ ਸਮਝਿਆ ਹੁੰਦਾ ਹੈ, ਇਸ ਕਰਕੇ ਉਹਦੇ ਉੱਪਰ ਸਦੀਵ ਆਸ਼ਰਿਤ ਰਹਿੰਦੇ ਹਨ। ਤਾਂ ਇਸੇ ਪ੍ਰਕਾਰ ਕੱਲ੍ਹ ਵਾਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਬਖਸ਼ਿਸ਼ ਕੀਤੀ ਸੀ। ਹੁਣ ਉਸੇ ਸ਼ਲੋਕ ਦੇ ਵਿੱਚੋਂ ਇੱਕ ਭਾਵ ਜਗਿਆਸਾ ਪੈਦਾ ਹੁੰਦੀ ਹੈ ਕਿ ਜਿਸ ਅਕਾਲ ਪੁਰਖ ਦੇ ਆਸਰੇ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਉਹਦੇ ਉਪਦੇਸ਼ ਨਾਲ ਜੁੜਨ ਕਰਕੇ, ਭਗਤੀ ਭਾਵ ਦੇ ਕਰਨ ਕਰਕੇ ਰੱਖਿਆ ਹੁੰਦੀ ਹੈ। ਤਾਂ ਹੁਣ ਮਨੁੱਖ ਕਹੇਗਾ ਇਹ ਤਾਂ ਚਲੋ ਮੰਨ ਲਿਆ
ਕਿ ਅਕਾਲ ਪੁਰਖ ਦਾ ਆਸਰਾ ਹੈ, ਉਹਦੀ ਓਟ ਹੈ, ਪਰ ਉਹਦੀ ਓਟ ਦਾ ਕੋਈ ਰੂਪ ਤਾਂ ਦੱਸੋ ਜਿਹਦੇ ਨਾਲ ਪਤਾ ਲੱਗ ਸਕੇ ਕਿ ਉਹਦੀ ਓਟ ਵਿਆਪਕ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਸੰਸਾਰ ਦੇ ਵਿੱਚ ਮਾਇਆ ਦਾ ਕਾਰਜ ਪੈਂਦਾ ਹੈ, ਤਾਂ ਕਰਜ਼ਾ ਰੂਪ ਦੇ ਵਿੱਚ ਜਿਹੜੀ ਅਸੀਂ ਕੋਈ ਮਦਦ ਲੈਣੀ ਹੁੰਦੀ ਹੈ, ਉਹਦੇ ਲਈ ਬੈਂਕ ਇੱਕ ਸਥਾਨ ਹੈ। ਤਾਂ ਇਸੇ ਪ੍ਰਕਾਰ ਜਿਹੜੇ ਜੀਵ ਨੂੰ ਇਹ ਭਾਵ ਦ੍ਰਿੜ ਕਰਵਾ ਦਿੱਤਾ ਕਿ ਅਕਾਲ ਪੁਰਖ ਤੇਰਾ ਰੱਖਿਅਕ ਹੋਏਗਾ, ਉਹਦੀ ਹੀ ਸਦੀਵ ਓਟ ਸ਼ਰਨ ਦੇ ਵਿੱਚ ਜਾ, ਤਾਂ ਫਿਰ ਜੀਵ ਦੀ ਅਗਲੀ ਜਗਿਆਸਾ ਬਣੇਗੀ ਕਿ ਉਸ ਦਾ ਕੋਈ ਸਰੂਪ ਦ੍ਰਿੜ ਕਰਾਓ, ਉਹਦੇ ਓਟ ਦਾ ਢੰਗ ਕਿਹੋ ਜਿਹਾ ਹੈ, ਉਸ ਦੇ ਆਸਰੇ ਨੂੰ ਮਹਿਸੂਸ ਕਿਵੇਂ ਕੀਤਾ ਜਾ ਸਕਦਾ ਹੈ, ਉਹਦਾ ਜਿਹੜਾ ਮਦਦਗਾਰੀ ਵਾਲਾ ਤਾਣ ਹੈ ਉਹ ਜੀਵ ਦੇ ਨਾਲ ਕਿਵੇਂ ਨਿਭਦਾ, ਇਹਦਾ ਕੋਈ ਸਰੂਪ ਤਾਂ ਦੱਸੋ। ਤਾਂ ਗੁਰੂ ਸਾਹਿਬ ਜੀ ਅੱਜ ਵਾਲੇ ਸ਼ਲੋਕ ਦੇ ਵਿੱਚ ਅਕਾਲ ਪੁਰਖ ਦਾ ਆਸਰਾ ਕਿਸ ਪ੍ਰਕਾਰ ਅਸੀਂ ਦ੍ਰਿੜ ਕਰਕੇ ਉਹਨੂੰ ਮਹਿਸੂਸ ਕਰਕੇ ਆਪਣੇ ਜੀਵਨ ਦੇ ਨਿਕਟ ਮਾਣ ਸਕਦੇ ਹਾਂ, ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸ਼ਟ ਬੇਸ਼ਟੰ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਉਸ ਮਾਲਕ ਦੇ, ਹੁਣ ਉਹ ਦੇਖੋ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹਨ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਤਾਂ ਉੱਥੇ ਸਤਿਗੁਰੂ ਸਾਹਿਬ ਜੀ ਦਾ ਕਹਿਣ ਦਾ ਗੁਹਜ ਭਾਵ ਇਹ ਹੈ ਕਿ ਜਿਸ ਪਰਮੇਸ਼ਰ ਦੀ ਹਸਤੀ ਦਾ ਅਸੀਂ ਰੋਜ਼ਾਨਾ ਵਿਸ਼ਵਾਸ ਧਰਦੇ ਹਾਂ ਜਾਂ ਜਿਸ ਦੀ ਰੋਜ਼ਾਨਾ ਚਰਚਾ ਕਰਦੇ ਹਾਂ, ਉਹਨੇ ਆਪਣਾ ਜ਼ਾਹਰਾ ਸਰੂਪ ਪ੍ਰਗਟ ਕੀਤਾ ਹੋਇਆ ਹੈ ਕੁਦਰਤ ਦੁਆਰਾ। ਕੁਦਰਤ ਦੇ ਵਿੱਚ ਉਹਦੇ ਸਾਰੇ ਵਿਧਾਨਾਂ ਨੂੰ ਜਿਹੜੇ ਜਿਸ ਰੂਪ ਕਰਕੇ ਵੀ ਵਿਦਮਾਨ ਹਨ, ਸਥਾਪਿਤ ਹਨ, ਅਗਰ ਉਹਨਾਂ ਨੂੰ ਬੜੀ ਗਹਿਰਾਈ ਦੇ ਨਾਲ, ਬੜੀ ਬਾਰੀਕ ਦ੍ਰਿਸ਼ਟੀ ਦੇ ਨਾਲ ਦੇਖੋਗੇ ਤਾਂ ਉਹਦੀ ਹੋਂਦ ਤੁਹਾਨੂੰ ਪ੍ਰਤੱਖ ਨਜ਼ਰ ਆਏਗੀ। ਇਸੇ ਕਰਕੇ ਜਦੋਂ ਅਸੀਂ ਮੂਲ ਮੰਤਰ ਦੇ ਵਿੱਚ ਦੂਜਾ ਪਦ ਆਰਾਧਦੇ ਹਾਂ, ਪੜ੍ਹਦੇ ਹਾਂ ਸਤਨਾਮ, ਸਤ ਦਾ ਉੱਥੇ ਕਦੇ ਆਪ ਜੀ ਦੇਖਿਓ ਸਤਨਾਮ ਸ਼ਬਦ ਗੁਰਬਾਣੀ 'ਚ ਇਕੱਠਾ ਨਹੀਂ ਆਉਂਦਾ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਅੰਤਰ ਹੈ, ਭਾਵ ਕਿ ਸਪੇਸ ਹੈ। ਤਾਂ ਉਹਦਾ ਭਾਵ ਕੀ ਹੈ? ਸਤ ਦਾ ਮਤਲਬ ਸਦੀਵ ਵਿਆਪਕ ਸੱਤਿਆ, ਨਾਮ ਇਹਨੂੰ ਕਹਿੰਦੇ ਨੇ ਸਿਗਨੀਫਾਈਡ, ਭਾਵ ਕਿ ਜਿਹੜਾ ਸਤ ਸਰੂਪ ਹੈ। ਅੱਗੇ ਕਹਿੰਦੇ ਨੇ ਨਾਮ, ਨਾਮ ਭਾਵ ਜਿਹਦੇ ਦੁਆਰਾ ਬੋਧ ਹੁੰਦਾ ਹੈ। ਜਿਵੇਂ ਇਹਨੂੰ ਸਰਲ ਜਿਹਾ ਕਹਿਣਾ ਹੋਵੇ ਕਿ ਜਿਵੇਂ ਸਾਡੇ ਕਿਸੇ ਮਨੁੱਖ ਦੇ ਸਾਹਮਣੇ ਕਿਸੇ ਦੀ ਹਸਤੀ ਹੋਵੇ, ਤਾਂ ਹਸਤੀ ਤਾਂ ਉਹਦੀ ਆਪਣੇ ਆਪ 'ਚ ਹੈ, ਪਰ ਉਹਦਾ ਬੋਧ ਸਾਨੂੰ ਉਹਦੇ ਨਾਮ ਦੁਆਰਾ ਹੁੰਦਾ ਹੈ। ਇਸੇ ਪ੍ਰਕਾਰ ਅਕਾਲ ਪੁਰਖ ਵਿਆਪਕ ਹੈ, ਉਹਦੀ ਜੋਤ ਰੂਪ ਸੱਤਾ ਸਾਰੇ ਜਗਤ ਵਿੱਚ ਵਿਦਮਾਨ ਹੈ, ਪਰ ਇਹਦਾ ਜਿਹੜਾ ਬੋਧ ਹੈ ਉਹ ਨਾਮ ਰੂਪ ਦੇ ਵਿੱਚ ਬਣੀ ਹੋਈ ਕੁਦਰਤ ਦੁਆਰਾ ਹੁੰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇ ਕੁਦਰਤ ਦੇ ਰਚਨਾ ਵਿਧਾਨ ਨੂੰ ਦੇਖਿਆ ਜਾਵੇ ਤਾਂ ਫਿਰ ਸਮਝ ਆਉਂਦੀ ਹੈ ਜੇਨ ਕਲਾ ਧਾਰਿਓ ਆਕਾਸੰ, ਇਤਨਾ ਵੱਡਾ ਵਿਆਪਕ ਆਕਾਸ਼ ਦਾ ਆਲਮ ਹੈ। ਆਕਾਸ਼ ਦੀ ਹਸਤੀ ਸਾਰੇ ਸੰਸਾਰ ਦੇ ਉੱਪਰ ਤਾਣੀ ਹੋਈ ਹੈ ਚੰਦੋਏ ਰੂਪ ਦੇ ਵਿੱਚ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇਨ ਕਲਾ, ਜਿਹਦੀ ਕਲਾ ਕਰਕੇ ਛੋਟੀ ਜਿਹੀ ਵੀ ਅਸੀਂ ਬਿਲਡਿੰਗ ਖੜੀ ਕਰਨੀ ਹੋਵੇ 3-4 ਪਿੱਲਰਾਂ ਦੀ ਬਾਕਾਇਦਾ ਪ੍ਰਬੰਧ ਕਰਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਸ ਨੁਕਤੇ ਦੇ ਬਾਰੇ ਵਿਚਾਰ ਦੱਸੋ ਕਿ ਜਿਹੜਾ ਐਡਾ ਵੱਡਾ ਆਕਾਸ਼ ਥੰਮਿਆ ਹੋਇਆ ਹੈ, ਜਿਹਦੇ ਹੇਠਾਂ ਕੋਈ ਥੰਮ ਵੀ ਨਹੀਂ ਹੈ, ਇਹ ਕਿਸ ਦੇ ਆਸਰੇ ਖੜਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਜਿਸ ਕਲਾ ਨੇ ਆਕਾਸ਼ ਨੂੰ ਥੰਮਿਆ ਹੋਇਆ ਹੈ ਕਿ ਆਕਾਸ਼ ਕਦੀ ਕਿਤੋਂ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਕਿਤੇ ਕਿਸੇ ਹਿੱਸੇ ਵਿੱਚੋਂ ਆਕਾਸ਼ ਦਾ ਕੋਈ ਹਿੱਸਾ ਟੁੱਟ ਕੇ ਕਿਸੇ ਧਰਤੀ ਜਾਂ ਹੋਰ ਗ੍ਰਹਿ ਦੇ ਨਾਲ ਟਕਰਾ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਸ ਕਲਾ ਕਰਕੇ, ਹੁਣ ਇਹ ਕਲਾ ਕਿਹੜੀ ਹੈ? ਕਲਾ ਦਾ ਭਾਵ ਹੁੰਦਾ ਕਿ ਜਿਹਦੇ ਵਿੱਚ ਉਹਦਾ ਸਾਰਾ ਸਮਰੱਥਾ ਉਹ ਤਾਣ ਪਿਆ ਹੋਵੇ। ਹੁਣ ਜਿਵੇਂ ਅਸੀਂ ਥੋੜ੍ਹਾ ਵਿਗਿਆਨ ਦੇ ਨੁਕਤੇ ਤੋਂ ਇੰਨਾ ਕੁ ਜਾਣਦੇ ਹਾਂ ਕਿ ਇਸ ਧਰਤੀ ਦੇ ਆਲੇ ਦੁਆਲੇ ਇੱਕ ਹਵਾ ਦਾ ਕਈ 100 ਕਿਲੋਮੀਟਰ ਉੱਚਾ ਇੱਕ ਹਵਾ ਦਾ ਗਿਲਾਫ ਬਣਿਆ ਹੋਇਆ ਹੈ, ਜਿਹੜਾ ਇਹਦਾ ਅਤੇ ਧਰਤੀ, ਆਕਾਸ਼ ਦਾ ਅਤੇ ਧਰਤੀ ਦਾ ਇੱਕ ਖਾਸ ਤਰ੍ਹਾਂ ਦਾ ਜਿਹੜਾ ਸਪੇਸ ਹੈ ਉਹਨੂੰ ਬਣਾ ਕੇ ਰੱਖਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਉਹ ਪ੍ਰਾਣ ਰੂਪ ਕਲਾ ਹੈ। ਜਦੋਂ ਪ੍ਰਾਣ ਰੂਪ ਹਵਾ ਰੂਪ ਹੋ ਜਾਂਦੀ ਹੈ ਅਤੇ ਹਵਾ ਦਾ ਜਿਹੜਾ ਤਾਣ ਇਸ ਧਰਤੀ ਦੁਆਲੇ ਪਸਰ ਜਾਂਦਾ ਹੈ ਅਤੇ ਉਹ ਫਿਰ ਆਕਾਸ਼ ਨੂੰ ਸਹਾਰਾ ਦਿੰਦਾ ਹੈ, ਆਕਾਸ਼ ਨੂੰ ਥੰਮ ਕੇ ਰੱਖਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇਨ ਕਲਾ ਧਾਰਿਓ ਆਕਾਸੰ, ਜਿਸ ਮਾਲਕ ਦੀ ਪ੍ਰਾਣ ਸੱਤਾ ਭਾਵ ਕੇ ਵਾਜੂ ਕਰਕੇ ਇਹ ਆਕਾਸ਼ ਟਿਕਿਆ ਹੋਇਆ ਹੈ ਅਤੇ ਉਹਨੂੰ ਕੋਈ ਥੰਮ ਨਹੀਂ ਹੈ,
ਜੇ ਏਡੇ ਵੱਡੇ ਆਕਾਸ਼ ਨੂੰ ਸਹਾਰਾ ਦੇਣ ਵਾਲਾ ਪਰਮੇਸ਼ਰ ਦਾ ਕਲਾ ਰੂਪ ਵਾਜੂ ਰੂਪ ਹੋ ਸਕਦਾ ਹੈ, ਬੈਸੰਤਰੰ ਕਾਸ਼ਟ ਬੇਸ਼ਟੰ, ਤੈਸੇ ਪ੍ਰਕਾਰ ਕਹਿੰਦੇ ਦੂਜਾ ਹੁਣ ਅਕਾਲ ਪੁਰਖ ਦੇ ਓਟ ਆਸਰੇ ਨੂੰ, ਉਹਦੀ ਵਿਆਪਕਤਾ ਨੂੰ ਮਹਿਸੂਸ ਕਰਨ ਦਾ ਨੁਕਤਾ ਕੀ ਹੈ। ਪਹਿਲਾ ਤਾਂ ਇਹ ਹੈ ਕਿ ਉਸ ਨੇ ਐਡਾ ਵੱਡਾ ਆਕਾਸ਼ ਸਿਰਜ ਕੇ ਬਿਨਾਂ ਥੰਮਾਂ ਤੋਂ ਖਿਲਾਰਿਆ ਹੋਇਆ ਹੈ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਦੂਜਾ ਨੁਕਤਾ ਹੈ ਬੈਸੰਤਰੰ ਕਾਸ਼ਟ ਬੇਸ਼ਟੰ। ਬੈਸੰਤਰ ਦਾ ਭਾਵ ਹੈ ਅਗਨ, ਤਾਂ ਗੁਰੂ ਸਾਹਿਬ ਜੀ ਕਹਿੰਦੇ ਕਾਸ਼ਟ ਦਾ ਭਾਵ ਲੱਕੜ, ਬੇਸ਼ਟੰ ਅੱਗ ਦੇ ਵਿੱਚ, ਲੱਕੜ ਦੇ ਵਿੱਚ ਅੱਗ ਵਿਆਪਤ ਹੈ। ਅੱਗ ਵਿਆਪਤ ਹੈ ਪਰ ਉਸ ਨੂੰ ਸਾੜਦੀ ਨਹੀਂ। ਹੁਣ ਉਦਾਹਰਨ ਦੇ ਤੌਰ 'ਤੇ ਅੱਗ ਦੇ ਨਾਲ ਹੋਰ ਅਸੀਂ ਕਈ ਚੀਜ਼ਾਂ ਜਲਾਉਂਦੇ ਹਾਂ ਤਾਂ ਉਹਨਾਂ ਦਾ ਕੋਈ ਸਥੂਲ ਰੂਪ ਥੋੜ੍ਹਾ ਬਹੁਤਾ ਫਿਰ ਵੀ ਕਿਤੇ ਬਚਿਆ ਰਹਿ ਜਾਂਦਾ ਹੈ। ਜਦ ਲੱਕੜ ਨੂੰ ਦਗਦ ਕਰਦੇ ਹਾਂ ਅੱਗ ਦੇ ਵਿੱਚ ਤਾਂ ਉਹਦਾ ਕੋਈ ਸਥੂਲ ਨਹੀਂ ਬਚਦਾ, ਕੇਵਲ ਸਵਾਹ ਰੂਪ ਬਚਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬੈਸੰਤਰ ਕਾਸ਼ਟ ਬੇਸ਼ਟੰ, ਲੱਕੜਾਂ ਦੇ ਅੰਦਰ ਜਿਹੜੀ ਅੱਗ ਪਹਿਲਾਂ ਹੀ ਵਿਆਪਤ ਹੈ ਪਰ ਉਹਨੂੰ ਇੱਕ ਸੰਜਮ ਦੇ ਵਿੱਚ ਰੱਖਿਆ ਹੋਇਆ, ਇੱਕ ਮਹਾਂ ਜਬਤ ਦੇ ਵਿੱਚ ਰੱਖਿਆ ਹੋਇਆ ਹੈ ਕਿ ਕਦੀ ਵੀ ਉਹ ਜਬਤ ਆਪਣੇ ਆਪ ਨਹੀਂ ਚੱਲਦਾ। ਹੁਣ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਜਦੋਂ ਦੋ ਸੁੱਕੇ ਬਾਂਸ ਹਵਾ ਕਰਕੇ ਆਪਸ ਵਿੱਚ ਖਹਿੰਦੇ ਨੇ ਤਾਂ ਉਦੋਂ ਕੋਈ ਅਗਨ ਦਾ ਸਿਲਸਿਲਾ ਪੈਦਾ ਹੁੰਦਾ ਹੈ, ਪਰ ਬਿਨਾਂ ਰਗੜ ਤੋਂ ਅੱਗ ਨਹੀਂ ਪੈਦਾ ਹੋ ਸਕਦੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਬੈਸੰਤਰੰ ਕਾਸ਼ਟ ਬੇਸ਼ਟੰ, ਲੱਕੜਾਂ ਦੇ ਅੰਦਰ ਅੱਗ ਵਿਆਪਤ ਹੈ ਪਰ ਉਹੀ ਅੱਗ ਉਹਨਾਂ ਲੱਕੜਾਂ ਨੂੰ ਨਹੀਂ ਸਾੜਦੀ, ਪਰ ਜਦੋਂ ਪ੍ਰਤੱਖ ਹੋ ਕੇ ਉਹਨਾਂ ਦੇ ਨਾਲ ਸ਼ੋਅ ਕਰਦੀ ਹੈ ਫਿਰ ਦਗਦ ਹੁੰਦੀ। ਇਹਦਾ ਭਾਵ ਦੋ ਨੁਕਤਿਆਂ ਦੁਆਰਾ ਗੁਰੂ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਹਨ ਕਿ ਜੇ ਬਿਨਾਂ ਥੰਮਾਂ ਤੋਂ ਆਕਾਸ਼ ਮਾਲਕ ਨੇ ਆਪਣੀ ਕਲਾ ਕਰਕੇ ਟਿਕਾਇਆ ਹੋਇਆ ਹੈ, ਜੇ ਉਹ ਅੱਗ ਨੂੰ ਲੱਕੜਾਂ ਅੰਦਰ ਵਿਆਪਤ ਰੱਖ ਕੇ ਵੀ ਉਹਨਾਂ ਨੂੰ ਜਲਣ ਨਹੀਂ ਦਿੰਦਾ ਹੈ, ਤਾਂ ਇਸੇ ਪ੍ਰਕਾਰ ਜੇਨ ਕਲਾ ਸਸ ਸੂਰ ਨਖੇਤਰ ਜੋਤਿੰ ਸਾਸੰ ਸਰੀਰ ਧਾਰਣੰ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਤੀਜਾ ਉਹਦਾ ਕਲਾ ਰੂਪ ਹੈ ਜੇਨ ਕਲਾ ਸਸ ਸੂਰ ਨਖੇਤਰ ਜੋਤਿੰ, ਕਿ ਜਿਤਨੇ ਆਕਾਸ਼ ਦੇ ਵਿੱਚ ਵਿਆਪਕ ਗ੍ਰਹਿ ਹਨ, ਸਸ ਸੂ ਚੰਦਰਮਾ, ਸੂਰਜ, ਹੋਰ ਅਨੇਕਾਂ ਗ੍ਰਹਿ, ਤਾਰੇ ਆਦਿਕ ਜਿਤਨਾ ਕੁਝ ਵਿਆਪਕ ਹੈ ਆਕਾਸ਼ ਦੇ ਵਿੱਚ, ਇਹ ਵੀ ਉਸ ਮਾਲਕ ਨੇ ਆਪਣੀ ਪ੍ਰਾਣ ਸੱਤਾ ਕਰਕੇ ਟਿਕਾਇਆ ਹੋਇਆ ਹੈ। ਅਤੇ ਇਹਨਾਂ ਦੇ ਵਿਚਲਾ ਜਿਹੜਾ ਤੇਜ ਜਲੋ ਹੈ ਉਹ ਵੀ ਮਾਲਕ ਨੇ ਆਪ ਭਰਿਆ ਹੋਇਆ ਹੈ। ਹੁਣ ਆਮ ਕਰਕੇ ਜਿਵੇਂ ਵਿਗਿਆਨ ਦੇ ਨੁਕਤੇ ਤੋਂ ਜਾਣਦੇ ਹਾਂ ਕਿ ਸੂਰਜ ਕਈ ਸੌ ਗੁਣਾ ਹੈ ਵੱਡੀ, ਧਰਤੀ ਤੋਂ ਵੱਡਾ ਹੈ, ਪਰ ਅਸੀਂ ਦੇਖਦੇ ਹਾਂ ਤਾਂ ਸਾਨੂੰ ਇੱਕ ਛੋਟੇ ਜਿਹੇ ਜਾਂ ਇੱਕ ਸੀਮਤ ਜਿਹੇ ਆਕਾਰ ਵਿੱਚ ਇਉਂ ਮਹਿਸੂਸ ਹੁੰਦਾ ਕਿ ਇੱਕ ਸੀਮਤ ਜਿਹਾ ਆਕਾਰ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਸ ਵੱਡੀਆਂ ਜਿਹੜੀਆਂ ਚਾਨਣ ਵਾਲੀਆਂ ਸ਼ੈਹਾਂ ਹਨ, ਚੰਦਰਮਾ ਅਤੇ ਸੂਰਜ, ਹੋਰ ਨਕਸ਼ਤਰ, ਤਾਰੇ, ਇਹਨਾਂ ਨੂੰ ਟਿਕਾਉਣ ਵਾਲਾ ਕਿਹੜਾ ਹੈ, ਇਹਨਾਂ ਨੂੰ ਥੰਮ ਕੇ ਰੱਖਣ ਵਾਲੀ ਕਿਹੜੀ ਸ਼ਕਤੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੀਜੇ ਨੁਕਤੇ ਕਰਕੇ ਜਿਤਨਾ ਆਕਾਸ਼ ਦੇ ਪਸਾਰੇ ਨੂੰ ਉਸ ਮਾਲਕ ਨੇ ਟਿਕਾਇਆ ਹੋਇਆ ਹੈ, ਇਹ ਵੀ ਉਹਦੇ ਵਿਆਪਕ ਓਟ ਆਸਰੇ ਦਾ ਇੱਕ ਸੰਕੇਤ ਹੈ। ਜੋਤਿੰ ਸਾਸੰ ਸਰੀਰ ਧਾਰਣੰ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਤੋਂ ਅਗਲਾ ਨੁਕਤਾ ਹੈ ਕਿ ਸਾਰੇ ਮਨੁੱਖਾਂ ਦੇ ਅੰਦਰ ਉਹ ਆਤਮ ਸਰੂਪ ਕਰਕੇ ਪ੍ਰਕਾਸ਼ਮਾਨ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਆਤਮ ਸਫੁਰ ਨਾ ਹੋਵੇ ਉਤਨਾ ਚਿਰ ਜਿਹੜਾ ਹੈ ਉਹਦੇ ਸਰੀਰ ਦੀ ਸਿਰਜਣਾ ਆਰੰਭ ਨਹੀਂ ਹੁੰਦੀ। ਜਿਵੇਂ ਅਸੀਂ ਬੱਚੇ ਦੇ ਜਨਮ ਦਾ ਸਾਰਾ ਵਰਣਨ ਪੜ੍ਹੀਏ ਤਾਂ ਜਦੋਂ ਮੈਡੀਕਲ ਸਾਇੰਸ ਪੜ੍ਹੀ ਉਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਸਪਸ਼ਟ ਕੀਤਾ ਹੋਇਆ ਹੈ ਕਿ ਪਹਿਲਾਂ ਚੇਤਨਾ ਸਫੁਰ ਹੁੰਦੀ ਹੈ। ਚੇਤਨਾ ਸਫੁਰ ਦਾ ਹੋਣ ਭਾਵ ਕਿ ਜਦੋਂ ਔਲਾਦ ਨਿਰਮਿਤ ਹੁੰਦੀ ਹੈ ਅਤੇ ਚੇਤਨਾ ਰੂਪ ਦੇ ਵਿੱਚ ਜਿਹੜੇ ਨਕਸ਼ ਨੇ ਸਰੀਰ ਬਣਨਾ ਹੈ ਉਹ ਪਹਿਲਾਂ ਮਾਤਾ ਪਿਤਾ ਦੇ ਅਵਚੇਤਨ 'ਚ ਬਣਦਾ ਹੈ, ਅਤੇ ਫਿਰ ਜਦੋਂ ਉਹ ਸਥੂਲ ਰੂਪ ਲੈ ਕੇ ਦੇਹਾਂ ਦੇ ਸੰਜੋਗ ਦੁਆਰਾ ਉਤਪਤ ਹੁੰਦਾ ਹੈ ਅਤੇ ਫਿਰ ਉਹਦੀ ਰਚਨਾ ਹੁੰਦੀ ਹੈ। ਇਹਦਾ ਮਤਲਬ ਕਿ ਅਤ ਸੂਖਸ਼ਮ ਕਣ ਹੁੰਦਾ ਹੈ ਜਿਹੜਾ ਆਤਮ ਰੂਪ ਦੇ ਵਿੱਚ ਪਹਿਲਾਂ ਹੀ ਸਰੀਰ ਵਿੱਚ ਸਫੁਰ ਹੁੰਦਾ ਹੈ। ਪਹਿਲਾਂ ਆਤਮਨ ਤੱਤ ਹੈ, ਫਿਰ ਉਹਨੂੰ ਪ੍ਰਗਟ ਕਰਨ ਦੇ ਲਈ ਸਰੀਰ ਦੀ ਰਚਨਾ ਰਚੀ ਜਾਂਦੀ। ਇਸੇ ਕਰਕੇ ਜਦੋਂ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਵਿਸਥਾਰ ਵਿੱਚ ਇਸ ਤਰ੍ਹਾਂ ਦੇ ਉਪਦੇਸ਼ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਿਵੇਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਗੰਢੇਂਦਿਆਂ ਛੇ ਮਹਾ, ਅਤੇ ਇਹਦਾ ਭਾਵ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਜੋਤਿੰ ਸਾਸੰ ਸਰੀਰ ਧਾਰਣਹ, ਆਪਣੇ ਪ੍ਰਕਾਸ਼ ਸਰੂਪ ਨੂੰ ਜਦ ਬਿੰਦ ਰੂਪ ਦੇਹਾਂ ਦੇ ਕਰਕੇ ਉਤਪਤ ਕਰ ਦਿੱਤਾ
ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰੀਰ ਧਾਰਣੰ, ਫਿਰ ਉਸ ਆਤਮ ਸੱਤਾ ਨੂੰ ਜਿਹੜੀ ਜੋਤ ਹੈ ਆਤਮ ਰੂਪ ਉਹਨੂੰ ਸਰੀਰ ਧਾਰਨ ਕਰਦੇ ਹਨ। ਇਹ ਵੀ ਇੱਕ ਪਰਮੇਸ਼ਵਰੀ ਹੋਂਦ ਨੂੰ ਸਮਝਣ ਦਾ ਨੁਕਤਾ ਹੈ। ਪਿਛਲੇ ਸਮੇਂ ਦੇ ਵਿੱਚ ਨਾ ਸਾਡੇ ਸਿੱਖ ਪੰਥ ਅੰਦਰ ਇੱਕ ਬਹੁਤ ਵੱਡਾ ਝਗੜਾ ਚੱਲਿਆ, ਅੱਜ ਵੀ ਚੱਲਦਾ ਥੋੜ੍ਹਾ ਬਹੁਤ, ਕਿ ਪਰਮੇਸ਼ਰ ਦੀ ਹੋਂਦ ਹੈ ਜਾਂ ਨਹੀਂ ਹੈ। ਬੜਿਆਂ ਨੇ ਆਪਣਾ ਤਾਣ ਲਗਾਇਆ, ਅਕਲੀ ਤਾਣ। ਕਈਆਂ ਨੇ ਮੈਨੂੰ ਵੀ ਪੁੱਛਣ ਦਾ ਯਤਨ ਕੀਤਾ, ਤਾਂ ਮੈਂ ਕਿਹਾ ਜੀ ਇਹ ਤਾਂ ਝਗੜਾ ਸਾਡੇ 'ਚ ਹੋ ਹੀ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਸਤਿਨਾਮ ਸ਼ਬਦ ਜਦ ਕਹਿ ਦਿੱਤਾ ਹੈ ਤਾਂ ਤੁਹਾਡੀ ਅਕਲ ਦਾ ਕੋਈ ਤਾਣ ਨਹੀਂ ਬਚਦਾ ਕਿ ਤੁਸੀਂ ਅਕਾਲ ਪੁਰਖ ਦੀ ਹੋਂਦ ਦੇ ਉੱਪਰ ਕੋਈ ਜਿਹੜਾ ਹੈ ਆਪਣਾ ਸ਼ੰਕਾ ਜਿਹੜਾ ਉਤਪੰਨ ਕਰੋ। ਸਤਿਨਾਮ ਦਾ ਭਾਵ ਕਿ ਸਦੀਵ ਹੈ, ਉਸ ਸਦੀਵ ਦਾ ਬੋਧ ਨਾਮ ਦੁਆਰਾ ਕਰਨਾ ਪੈਂਦਾ ਹੈ। ਅਤੇ ਜਿੰਨਾ ਜ਼ਿਆਦਾ ਹੁਣ ਨਾਮ ਦੇ ਵੀ ਕਈ ਰੂਪ ਹਨ, ਜਿਵੇਂ ਨਾਮ ਰੂਪ। ਨਾਮ ਰੂਪ ਦਾ ਮਤਲਬ ਜਿਤਨੀ ਅਸੀਂ ਰਚਨਾ ਦੇਖਦੇ ਹਾਂ ਇੱਕ ਤਰ੍ਹਾਂ ਦੀ ਨਹੀਂ ਹੈ, ਕਈ ਤਰ੍ਹਾਂ ਦੇ ਰੂਪ ਨੇ। ਇਹਦਾ ਮਤਲਬ ਇਹ ਸਮੁੱਚੇ ਰੂਪ, ਜਿਵੇਂ ਰੁੱਖਾਂ ਦਾ ਰੰਗ ਇੱਕੋ ਜਿਹਾ ਨਹੀਂ ਹੈ, ਜੀਵਾਂ ਦਾ ਰੰਗ ਇੱਕੋ ਜਿਹਾ ਨਹੀਂ ਹੈ, ਫੁੱਲਾਂ ਦਾ ਰੰਗ ਇੱਕੋ ਜਿਹਾ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਮ ਰੂਪ ਕਰਕੇ ਜਿਤਨੀ ਰਚਨਾ ਨਜ਼ਰ ਆ ਰਹੀ ਹੈ ਇਹ ਸਾਰੀ ਉਸ ਇੱਕ ਰੂਪ ਤੋਂ ਪੈਦਾ ਹੋਈ ਹੈ। ਉਸ ਤੋਂ ਬਾਅਦ ਨਾਮ ਰਸ ਕਰਕੇ ਹੁਣ ਹਰੇਕ ਚੀਜ਼ ਦਾ ਇੱਕ ਆਪਣਾ ਰਸ ਹੈ। ਕੁੜੱਤਣ ਦਾ ਇੱਕ ਆਪਣਾ ਰਸ ਹੈ, ਮਿਠਾਸ ਦਾ ਇੱਕ ਆਪਣਾ ਰਸ ਹੈ, ਤਾਂ ਸੰਗੀਤ ਦਾ ਇੱਕ ਆਪਣਾ ਰਸ ਹੈ। ਗੁਰੂ ਸਾਹਿਬ ਜੀ ਕਹਿੰਦੇ ਰਸ ਰੂਪ ਕਰਕੇ ਜਿਤਨਾ ਵਿਆਪਕ ਹੈ ਉਹ ਵੀ ਪਰਮੇਸ਼ਰ ਦਾ ਬੋਧ ਹੈ। ਇਹ ਮਹਾਰਸ ਤੋਂ ਪੈਦਾ ਹੋਣ ਵਾਲੇ ਹਨ। ਅੱਗੇ ਕਹਿੰਦੇ ਹਨ ਨਾਮ ਆਧਾਰ ਕਰਕੇ ਸੰਸਾਰ ਦੀ ਹਰੇਕ ਵਸਤੂ ਕਿਸੇ ਨਾ ਕਿਸੇ ਆਧਾਰ 'ਤੇ ਟਿਕੀ ਹੋਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਪ੍ਰਿਥਵੀ ਹੈ, ਆਕਾਸ਼ ਹੈ, ਇਹਨਾਂ ਨੂੰ ਟਿਕਾਉਣ ਵਾਲਾ ਵੀ ਉਹ ਪਰਮੇਸ਼ਰ ਦਾ ਨਾਮ ਆਧਾਰ ਹੈ। ਅੱਗੇ ਆਉਂਦਾ ਨਾਮ ਰਸਾਇਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰਸਿੱਖ ਪਰਮੇਸ਼ਰ ਦੀ ਯਾਦ ਵਿੱਚ ਉਤਰਦਾ ਹੈ, ਉਹਦੀ ਹੋਂਦ ਨੂੰ ਮਹਿਸੂਸ ਕਰਕੇ ਉਹਦੇ ਨਾਲ ਆਪਣਾ ਸਿਮਰਨਮਈ ਸੰਬੰਧ ਬਣਾਉਂਦਾ ਹੈ ਅਤੇ ਉਹਦੀ ਦੇਹ ਦੇ ਵਿੱਚ ਜਾਪ ਸਦਕਾ ਅੰਮ੍ਰਿਤਮਈ ਪ੍ਰਵਾਹ ਚੱਲਦਾ ਹੈ। ਇਸ ਕਰਕੇ ਉਹਨੂੰ ਨਾਮ ਰਸਾਇਣ ਕਿਹਾ ਜਾਂਦਾ ਹੈ। ਇਹ 4-5 ਪੱਧਰ ਨੇ ਜਿਨ੍ਹਾਂ ਨੂੰ ਜੇ ਬਹੁਤ ਬਾਰੀਕੀ ਨਾਲ ਵਾਚਿਆ ਜਾਵੇ ਤਾਂ ਸ਼ਾਇਦ ਹੀ ਕੋਈ ਇਨਸਾਨ ਕਹਿ ਸਕੇ ਕਿ ਅਕਾਲ ਪੁਰਖ ਦੀ ਹੋਂਦ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੋਤਿਅੰਗ ਸਾਸੰਗ ਸਰੀਰ ਧਾਰਣੰ, ਇਹਨਾਂ 4 ਨੁਕਤਿਆਂ ਕਰਕੇ ਪਤਾ ਲੱਗਦਾ ਹੈ ਕਿ ਜੇ ਇਹਨਾਂ ਨੂੰ ਬਿਨਾਂ ਕਿਸੇ ਆਸਰੇ ਤੋਂ ਪਰਮੇਸ਼ਰ ਨੇ ਟਿਕਾ ਕੇ ਰੱਖਿਆ ਹੋਇਆ ਹੈ ਅਤੇ ਜਿਹੜਾ ਉਹਦੀ ਸ਼ਰਨ ਲਏਗਾ, ਉਹਦੀ ਜੋ ਯਾਦ ਦੇ ਓਟ ਆਸਰੇ ਨੂੰ ਚੀਨੇਗਾ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹਦੀ ਵੀ ਸਦੀਵ ਰੱਖਿਆ ਹੋਏਗੀ। ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹ ਛੇਦੰਤ ਜਠਰ ਰੋਗਣਹ। ਤਾਂ ਹੁਣ ਗੁਰੂ ਸਾਹਿਬ ਜੀ ਇੱਕ ਹੋਰ ਬਾਰੀਕ ਨੁਕਤੇ ਨਾਲ ਜਾਣੂ ਕਰਾ ਰਹੇ ਨੇ ਕਿ ਅਕਾਲ ਪੁਰਖ ਦੇ ਆਸਰੇ ਨੂੰ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹਦੀ ਕਲਾ ਕਰਕੇ ਪਰਮੇਸ਼ਰ ਆਪਣੀ ਰਚਨਾ ਨੂੰ ਗਰਭ ਕਾਲ ਦੇ ਵਿੱਚ ਪਾ ਕੇ ਉਹਦੀ ਪ੍ਰਤਪਾਲਣਾ ਕਰਦਾ ਹੈ। ਸ਼ਾਮ ਦੇ ਸਮੇਂ ਭੋਜਨ ਕਰਦੇ ਹਾਂ ਜਾਂ ਦਿਨ ਦੇ ਵਿੱਚ ਜਿਤਨੀ ਵਾਰੀ ਵੀ ਭੋਜਨ ਕਰਦੇ ਹਾਂ, ਅਗਰ ਠੀਕ ਭੋਜਨ ਤੋਂ ਬਾਅਦ ਪਾਣੀ ਨਾ ਪੀਤਾ ਜਾਵੇ ਘੰਟਾ 1.5 ਘੰਟਾ, ਤਾਂ ਜਿਹੜੀ ਜਠਰ ਅਗਨੀ ਪੂਰੀ ਤਰ੍ਹਾਂ ਪ੍ਰਜਵਲਿਤ ਹੋ ਕੇ ਜਿਹੜੇ ਆਯੁਰਵੇਦ ਦੇ ਅਨੁਸਾਰ 2 ਘੰਟੇ ਤੇ 12 ਮਿੰਟ ਦੇ ਵਿੱਚ ਭੋਜਨ ਪਚਾ ਦਿੰਦੀ ਹੈ। ਜਿਹੜਾ ਮਤਲਬ ਸਾਤਵਿਕ ਭੋਜਨ ਖਾਧਾ ਹੋਵੇ, ਤਾਮਸੀ ਭੋਜਨ ਨਹੀਂ। ਤਾਂ ਗੁਰੂ ਸਾਹਿਬ ਜੀ ਹੁਣ ਕਿਤਨਾ ਅਸੀਂ ਜ਼ਿੰਦਗੀ ਵਿੱਚ ਭੋਜਨ ਖਾ ਚੁੱਕੇ ਹਾਂ, ਕਿਤਨੇ ਠੋਸ ਪਦਾਰਥ ਵੀ ਗ੍ਰਹਿਣ ਕਰਦੇ ਹਾਂ, ਦਰਵ ਪਦਾਰਥ ਵੀ ਗ੍ਰਹਿਣ ਕਰਦੇ ਹਾਂ, ਪਰ ਸਾਰੇ ਪਚ ਜਾਂਦੇ ਨੇ। ਸਾਰੇ ਜਿਹੜੇ ਹਨ ਦਗਧ ਹੋ ਜਾਂਦੇ ਹਨ, ਦੁਬਾਰਾ ਉਹਨਾਂ ਦਾ ਰੂਪ ਪਲਟ ਜਾਂਦਾ ਹੈ। ਤਾਂ ਇਹ ਕਾਹਦੇ ਕਰਕੇ? ਇਹ ਹੈ ਸਾਡੇ ਸਰੀਰ ਦੇ ਵਿੱਚ ਜਠਰ ਅਗਨੀ ਵਿਆਪਤ ਕਰਕੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਉਹੀ ਜਠਰ ਅਗਨੀ ਜਿਹਦੇ ਕਰਕੇ ਸਮੁੱਚੀ ਜ਼ਿੰਦਗੀ ਭਰ ਦੀਆਂ ਖਾਧੀਆਂ ਚੀਜ਼ਾਂ ਪਚ ਜਾਂਦੀਆਂ ਹਨ, ਜਿਹੜੀ ਅਗਨ ਰੂਪ ਦੇ ਵਿੱਚ ਬਲਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਜਠਰ ਅਗਨੀ ਦੇ ਵਿੱਚ ਮਾਲਕ ਆਪਣੀ ਰਚਨਾ ਨੂੰ ਉਤਾਰ ਕੇ ਅਤੇ ਉਹਦੀ ਰਚਨਾ ਕਰਦਾ ਹੈ। ਪਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਜਠਰ ਅਗਨੀ ਸਾਰੇ ਭੋਜਨ ਨੂੰ, ਭਾਵੇਂ ਉਹ ਕਿੰਨੀ ਮਾਤਰਾ 'ਚ ਖਾ ਲਿਆ ਜਾਵੇ, ਉਹਨੂੰ ਸਾਰੇ ਨੂੰ ਪਚਾ ਦਿੰਦੀ ਹੈ, ਭਾਵ ਕਿ ਉਹਦਾ ਰੂਪ ਬਦਲ ਦਿੰਦੀ ਹੈ। ਉਸੇ ਗਰਭ ਕਾਲ ਦੇ ਵਿੱਚ ਰੱਖੀ ਹੋਈ ਜੀਵ ਦੀ ਰਚਨਾ ਨੂੰ ਉਹ ਅਗਨੀ ਜਰਾ ਜਿੰਨੀ ਪਾਉਂਦੀ ਵੀ ਨਹੀਂ ਹੈ। ਕੈਸਾ ਮਾਲਕ ਦਾ ਸੰਜਮ ਹੈ, ਕੈਸਾ ਉਹਨੇ ਆਪਣੇ ਹੁਕਮ ਦੇ ਵਿੱਚ ਚੀਜ਼ਾਂ ਦਾ ਜ਼ਬਤ ਬਣਾਇਆ ਹੋਇਆ ਹੈ। ਔਰ ਹੁਕਮ ਰੂਪ ਜ਼ਬਤ ਹੈ ਕਿ ਉਂਝ ਅੱਗ ਦਾ ਸੁਭਾਅ ਸਾੜਨਾ ਹੈ, ਪਰ ਜਦੋਂ ਉਸੇ ਅੱਗ ਦੇ ਵਿੱਚ ਮਾਲਕ ਆਪਣੀ ਰਚਨਾ ਸਾਜਦਾ ਹੈ ਅਤੇ ਉਹ ਅੱਗ ਉਹਨੂੰ ਜਰਾ ਜਿੰਨਾ ਪਾਉਂਦੀ ਨਹੀਂ ਹੈ। ਇਸੇ ਕਰਕੇ ਇਹ 2 ਗੱਲਾਂ ਨੇ। ਗੁਰਬਾਣੀ ਨੂੰ ਪੜ੍ਹਨ ਦੇ ਬੜੇ ਨੁਕਤੇ ਨੇ, ਪਰ ਗੁਰਬਾਣੀ ਨੂੰ ਪੜ੍ਹਨ ਦਾ ਇੱਕ ਨੁਕਤਾ ਹੈ ਕਿ ਸਾਰਾ ਦਿਨ ਉਸ ਰਿਲਾਈਜੇਸ਼ਨ ਦੇ ਵਿੱਚ ਰਹੋ। ਕਈ ਵਾਰੀ ਜਿਵੇਂ ਇਹਦੇ ਲਈ ਵੀ ਬੰਦਾ ਫਿਰ ਉਹਨੂੰ ਆਪਣੇ ਆਪ ਢੰਗ ਸਮਝ ਆਉਣ ਲੱਗ ਪੈਂਦੇ ਹਨ। ਜਿਵੇਂ ਅੱਜ ਥੋੜ੍ਹੀ ਜਿੰਨੀ ਗਰਮੀ ਹੋ ਜਾਏ ਨਾ, ਕਿਤੇ ਦੇਖੀਏ
ਤਾਂ ਜੀਵ ਮਤਲਬ ਬਹੁਤ ਕਰਨ ਲੱਗ ਪੈਂਦੇ ਨੇ ਜੀ, ਬੜੀ ਗਰਮੀ ਹੈ, ਬੜੀ ਮੁਸ਼ਕਿਲ ਹੋਈ ਪਈ ਹੈ। ਤਾਂ ਮੈਂ ਕਈ ਵਾਰੀ ਉਹਨਾਂ ਦੀ ਇਸ ਹਾਲਤ ਨੂੰ ਦੇਖ ਕੇ ਇਸ ਅੰਦਾਜ਼ੇ ਵਿੱਚ ਜਾਂਦਾ ਹੁੰਦਾ ਕਿ ਅੱਜ ਤੇਰੀ ਸਥੂਲ ਦੇਹ ਹੈ ਜਿਹੜੀ ਪ੍ਰਗਟ ਹੋ ਗਈ ਹੈ ਕਾਇਆ ਕਰਕੇ, ਇਸ ਦੇਹ ਦੇ ਉੱਪਰ ਤੈਨੂੰ ਹਰੇਕ ਚੀਜ਼ ਦਾ ਭਾਵ ਇੰਨਾ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਕਿ 2 ਮਿੰਟ ਪੱਖਾ ਬੰਦ ਰਹਿ ਜਾਏ ਤਾਂ ਅਗਲੇ ਦੇ ਗਲ ਪੈਣ ਤੱਕ ਜਾਣਾ ਹੈ। ਪਰ ਉਹ ਵੀ ਆਪਣਾ ਜੀਵਨ ਦਾ, ਆਪਣੀ ਰਚਨਾ ਦੇ ਸਾਰੇ ਸਮੁੱਚੇ ਸਰੂਪ ਨੂੰ ਆਪਣੇ ਸਾਹਮਣੇ ਰੱਖ, ਜਦ ਤੇਰੀ ਪੈਦਾਇਸ਼ ਦਾ ਸਥਾਨ ਵੀ ਕਿੰਨਾ ਛੋਟਾ ਸੀ, ਔਰ ਕਿੰਨਾ ਮਤਲਬ ਜਿਵੇਂ ਉਹ ਕਿੰਨਾ ਛੋਟਾ ਸੀ ਔਰ ਜਠਰ ਅਗਨੀ ਦੇ ਵਿੱਚ ਸੀ, ਉੱਥੇ ਸੀਮਤ ਸਥਾਨ ਹੁੰਦਿਆਂ ਹੋਇਆਂ ਵੀ ਤੈਨੂੰ ਕੋਈ ਕਾਹਲ ਮਹਿਸੂਸ ਨਹੀਂ ਹੋਈ, ਉੱਥੇ ਜਠਰ ਅਗਨੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਤੈਨੂੰ ਕੋਈ ਤਪਸ਼ ਨਹੀਂ ਮਹਿਸੂਸ ਹੋਈ। ਇਹਦਾ ਮਤਲਬ ਕੋਈ ਅਸਲ ਆਧਾਰ ਹੈ। ਜੇ ਉਹ ਤੈਨੂੰ ਇਸ ਜੀਵਨ ਦੇ ਵਿੱਚ ਮਿਲ ਗਿਆ, ਉਹਨੇ ਵਾਕਿਆ ਹੀ ਤੈਨੂੰ ਤਪਸ਼ ਮਹਿਸੂਸ ਨਹੀਂ ਹੋਣ ਦੇਣੀ। ਪਰ ਉਸ ਆਧਾਰ ਨੂੰ ਮਨੁੱਖ ਵਸਾਰ ਲੈਂਦਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹਿ ਛੇਦੰਤ ਜਠਰ ਰੋਗਣ ਹੈ। ਅਤੇ ਜਿਹੜੀ ਜਠਰ ਅਗਨੀ ਹੈ ਉਹ ਜੀਵ ਨੂੰ ਸਾੜਦੀ ਨਹੀਂ ਹੈ, ਸਗੋਂ ਉਹਦੀ ਪਕਿਆਈ ਕਰਦੀ, ਉਹਦੇ ਸਰੀਰ ਨੂੰ ਨਿਰਮਿਤ ਕਰਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਜਿਸ ਪਰਮੇਸ਼ਰ ਦੀ ਟਿਕਾਈ ਹੋਈ ਰਚਨਾ ਦੀ ਕਲਾ ਨੇ ਗਰਭ ਕਾਲ ਦੀ ਰਚਨਾ ਨੂੰ ਵੀ ਜਠਰ ਅਗਨੀ ਦੇ ਵਿੱਚ ਸਾਬਤ ਰੱਖਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਉਹਦੀ ਕਲਾ ਕਰਕੇ ਹੀ ਵਿਆਪਕਤ ਹੈ, ਤਾਂ ਕਰਕੇ ਰੱਖਿਆ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ 3 ਨੁਕਤੇ ਦ੍ਰਿੜ ਕਰਵਾਉਂਦੇ ਹਨ 3 ਪੰਕਤੀਆਂ ਦੇ ਵਿੱਚ ਕਿ ਜੇ ਬਿਨਾਂ ਥੰਮਾਂ ਤੋਂ ਆਕਾਸ਼ ਟਿਕ ਸਕਦਾ ਹੈ, ਲੱਕੜਾਂ ਦੇ ਵਿੱਚ ਵਿਆਪਤ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ, ਸਾਰੇ ਗ੍ਰਹਿ ਨਛੱਤਰ ਉਹਨੇ ਆਪੋ ਆਪਣੀ ਥਾਂ ਟਿਕਾਏ ਹਨ, ਕੋਈ ਆਪਸ ਦੇ ਵਿੱਚ ਟਕਰਾਉਂਦਾ ਨਹੀਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਸਰੀਰਾਂ ਦੇ ਅੰਦਰ ਉਹਦੀ ਆਤਮ ਜੋਤ ਸੱਤਾ ਟਿਕੀ ਹੋਈ ਹੈ। ਜਠਰ ਅਗਨੀ ਦੇ ਵਿੱਚ ਸਾਡੀ ਰਚਨਾ ਕਰਕੇ ਫਿਰ ਵੀ ਸਾਨੂੰ ਸੜ ਨਹੀਂ ਦਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਸਾਰਿਆਂ ਨੁਕਤਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਪਰਮ ਅਕਾਲ ਪੁਰਖ ਆਪਣੀ ਸੱਤਾ ਦਾ ਸਾਨੂੰ ਬੋਧ ਕਰਾ ਰਿਹਾ ਹੈ, ਪਰ ਸਾਨੂੰ ਉਹਦੀ ਸੱਤਾ ਦਾ ਬੋਧ ਨਹੀਂ ਹੈ, ਕਿਉਂਕਿ ਅਸੀਂ ਉਹਨੂੰ ਨਿਕਟ ਨਹੀਂ ਜਾਣਦੇ। ਹੁਣ ਸਾਡੀ ਨਾ ਇੱਕ ਤਰਾਸਦੀ ਹੈ, ਅਸੀਂ ਹਰੇਕ ਗੱਲ ਨੂੰ ਆਕਾਰ 'ਚ ਹੀ ਲੱਭਣਾ ਚਾਹੁੰਦੇ ਹਾਂ, ਨਿਰਾਕਾਰ 'ਚ ਕੁਝ ਨਹੀਂ ਲੱਭਣਾ ਚਾਹੁੰਦੇ। ਜਿਵੇਂ ਕਈ ਇੱਕ ਦਫਾ ਕਿਤੇ ਕਿਸੇ ਨਾਲ ਗੱਲ ਹੋਈ ਤਾਂ ਕਹਿੰਦਾ ਜੀ ਇਹਦੇ ਨਾ ਅਰਥ ਮੈਨੂੰ ਥੋੜ੍ਹੇ ਡੀਪ ਨਹੀਂ ਲੱਗੇ। ਮੈਂ ਕਿਹਾ ਅਰਥ ਦੀ ਵੀ ਇੱਕ ਸੀਮਾ ਹੁੰਦੀ ਹੈ, ਕਿਸੇ ਟਾਈਮ 'ਤੇ ਜਾ ਕੇ ਅਰਥ ਰਿਲਾਈਜੇਸ਼ਨ ਦਾ ਪਾਰਟ ਹੋ ਜਾਂਦਾ, ਅਰਥ ਦੀ ਜਿਹੜੀ ਵੱਖਰੀ ਬਣਤਰ ਹੈ ਜਾਂ ਅਕਲੀ ਬਣਤਰ ਉਹ ਨਹੀਂ ਰਹਿੰਦੀ। ਕਹਿੰਦਾ ਪ੍ਰਮਾਣ ਦਿਓ। ਮੈਂ ਕਿਹਾ ਉਦਾਹਰਨ ਦੇ ਤੌਰ 'ਤੇ ਆਪਣੀ ਮਾਤਾ ਦੇ ਨਾਲ ਤੂੰ 40-50 ਸਾਲ ਦਾ ਜੀਵਨ ਬਤੀਤ ਕੀਤਾ ਹੈ, ਉਹਦੇ ਸੰਗ ਸਾਥ ਨੂੰ, ਮੁਹੱਬਤ, ਸਨੇਹ, ਸਹਿਯੋਗ ਨੂੰ ਮਾਣਿਆ। ਮੈਂ ਤੇਰੇ ਸਾਹਮਣੇ ਕੁਐਸਚਨ ਰੱਖ ਦਿੰਦਾ ਕਿ ਇਸ 40 ਸਾਲ ਦੇ ਅਨੁਭਵ ਨੂੰ ਵਾਕਾਂ 'ਚ ਉਤਾਰ ਕੇ ਦਿਖਾ ਦੇ ਵੀ ਜੀ ਤੇਰੀ ਮਾਤਾ ਤੈਨੂੰ ਕਿੰਨਾ ਪਿਆਰ ਕਰਦੀ, ਤੂੰ ਵਾਕ 'ਚ ਦੱਸ ਮੈਨੂੰ ਕਿੰਨਾ ਕਰਦੀ ਹੈ। ਕਹਿੰਦਾ ਇਹ ਤਾਂ ਅਸੰਭਵ ਹੈ, ਨਹੀਂ ਦੱਸ ਸਕਾਂਗਾ। ਮੈਂ ਕਿਹਾ ਇਸੇ ਕਰਕੇ ਪਰਮੇਸ਼ਵਰੀ ਹਸਤੀ ਨੂੰ ਰਿਲਾਈਜੇਸ਼ਨ ਦੇ ਵਿੱਚ ਹੀ ਮਹਿਸੂਸ ਕੀਤਾ ਜਾਂਦਾ ਹੈ। ਜੇ ਤੂੰ ਕਹੇਂਗਾ ਕਿ ਮੈਂ ਤੈਨੂੰ ਗਿਆਨ ਦੇ ਵਾਕ ਘੜ ਕੇ ਦੇ ਦਾਂ ਅਤੇ ਤੈਨੂੰ ਤਾਂ ਪਰਮੇਸ਼ਰ 'ਤੇ ਵਿਸ਼ਵਾਸ ਪੈਦਾ ਹੋ ਜਾਏ, ਮੈਂ ਕਿਹਾ ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ। ਜਦੋਂ ਹੁਣ ਭਗਤ ਸਾਹਿਬਾਨ ਆਖਦੇ ਹਨ, ਭਗਤਾਂ ਨੇ ਗੁਰਬਾਣੀ 'ਚ ਬਹੁਤ ਜਗ੍ਹਾ ਐਸੇ ਵਾਕ ਹਨ ਕਿ ਤੂੰ ਸਭਨੀ ਥਾਈਂ ਜਿੱਥੈ ਹੋਂ ਜਾਈ ਸਾਚਾ ਸਿਰਜਣ ਹਾਰ ਜੀ। ਹੁਣ ਭਗਤ ਨੇ ਕਿਤੇ ਕਿਤਾਬਾਂ ਥੋੜ੍ਹਾ ਪੜ੍ਹੀਆਂ ਕਿ ਉਹਨੂੰ ਦੱਸਿਆ ਗਿਆ ਕਿ ਇੱਥੇ ਵੀ ਵਿਆਪਕ ਹੈ, ਉਹ ਆਕਾਸ਼ ਵਿੱਚ ਵੀ ਹੈ, ਪਤਾਲ ਵਿੱਚ ਵੀ ਹੈ। ਉਹਦੀ ਰਿਲਾਈਜੇਸ਼ਨ ਨੇ ਉਸ ਪਰਮ ਸਰੂਪ ਤੱਕ ਉਹਨੂੰ ਪਹੁੰਚਾ ਦਿੱਤਾ ਹੈ ਅਤੇ ਉਹਨੂੰ ਪਤਾ ਲੱਗ ਗਿਆ ਕਿ ਹਰੇਕ ਰਚਨਾ ਦੇ ਵਿੱਚ ਇੱਕ ਜੀਵਤ ਹੋਂਦ ਵਿਚਰ ਰਹੀ ਹੈ। ਇੱਕ ਜੀਵਤ ਹੋਂਦ ਜਦੋਂ ਆਪਣਾ ਰਿਐਕਟ ਕਰਦੀ ਹੈ ਕਿਸੇ ਰਚਨਾ ਅੰਦਰ, ਉਹ ਰਚਨਾ ਦੇ ਰੂਪ ਬਦਲਦੇ ਨੇ, ਰਚਨਾ ਦੀ ਕਿਰਿਆ ਚੱਲਦੀ, ਉਹਦੀ ਗਤੀਸ਼ੀਲਤਾ ਬਣਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ 3 ਨੁਕਤਿਆਂ ਕਰਕੇ ਸਪਸ਼ਟ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਕਈ ਵਾਰੀ, ਚਲੋ ਇਹ ਗੱਲ ਪਹਿਲਾਂ ਵੀ ਹੋ ਗਈ ਹੈ ਕਿ ਜਦੋਂ ਪਰਮੇਸ਼ਰ ਦੀ ਹਸਤੀ, ਜਿਵੇਂ ਸਾਨੂੰ ਵੀ ਕਈ ਪੁੱਛਦੇ ਨੇ ਕਿ ਜੀ ਰੱਬ ਹੈ ਜਾਂ ਨਹੀਂ, ਤਾਂ ਮੈਂ ਕਿਹਾ ਜੀ ਤੁਹਾਡੇ ਹੋਂਦ 'ਤੇ ਹੈ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ। ਉਦਾਹਰਨ ਦੇ ਤੌਰ 'ਤੇ ਮਤਲਬ ਹੁਣ ਬੰਦਾ ਸੰਸਾਰ ਦੇ ਤਲ 'ਤੇ ਸਾਰਾ ਕੁਝ ਮਹਿਸੂਸ ਕਰ ਲੈਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਦੇਖੀਦਾ, ਜਿਵੇਂ ਮੈਂ ਕਈ ਵਿਦੇਸ਼ੀ ਸਾਹਿਤ ਕਈ ਵਾਰੀ ਪੜ੍ਹਦਾ, ਉੱਧਰ ਦੇ ਕੁਝ ਲੇਖਕਾਂ ਨੇ ਰਚਨਾ ਲਿਖੀਆਂ ਹੁੰਦੀਆਂ, ਤਾਂ ਉੱਧਰ ਦਾ ਉਹਨਾਂ ਨੇ ਆਪਣਾ ਇੱਕ ਸੰਸਾਰ ਸਿਰਜ ਲਿਆ। ਉੱਧਰ ਜਾ ਕੇ ਕੁਝ ਕਿਸੇ ਬੰਦੇ ਨੂੰ ਆਪਣੀ ਮਾਤਾ ਪਿਤਾ ਦਾ ਨਾਮ ਦੇ ਲਿਆ, ਦੋਸਤਾਂ ਦਾ ਨਾਮ ਦੇ ਲਿਆ, ਆਪਣੇ ਸੰਬੰਧੀਆਂ ਦਾ ਨਾਮ ਦੇ ਲਿਆ, ਜਦ ਕਿ ਉਹ ਹੈ ਨਹੀਂ ਕੰਟੈਂਪਰਰੀ ਤੌਰ 'ਤੇ। ਤਾਂ ਉਹਦੇ ਵਿੱਚ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਜੇ ਉਹਨਾਂ ਨੂੰ ਨਾਮ ਦੇ ਕੇ ਅਸੀਂ ਆਪਣਾ ਆਧਾਰ ਜੇ ਸਿਰਜ ਸਕਦੇ ਹਾਂ, ਤਾਂ ਜਿਤਨੀ ਰਚਨਾ ਅਕਾਲ ਪੁਰਖ ਤੋਂ ਪੈਦਾ ਹੋ ਰਹੀ ਹੈ ਉਹਨੂੰ ਉਹਦਾ ਸਾਰਾ ਬਖਸ਼ਿਸ਼ ਰੂਪ ਕਿਉਂ ਨਹੀਂ ਸਮਝ ਸਕਦੇ। ਹੁਣ ਕਈ ਵਾਰੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸ਼ਾਇਦ ਆਪ ਜੀ ਨੇ ਨੁਕਤੇ ਨੋਟ ਕੀਤੇ ਹੋਣ
कि परमेश्वर नूं बहुत जगह माता पिता आख्या गया, बहुत जगह गुरबाणी च माता पिता भैन भरा आख्या गया, जार भी आख्या गया, दोस्त भी आख्या गया, सखा भी आख्या गया। ਇਹਦਾ मतलब की है कि ये सारे मनुख दे रियलाइज करन दे नुकते हन। उदाहरण के तौर पर जिवें माता कोल हर वेले धरवास मिलता है, बच्चा अपराधी भी होवे माता धरवास ही देगी कि नहीं तू स्वच्छ है। जदों परमेश्वर की हस्ती नूं असीं इउं महसूस करते हैं कि साडे अंदर बड़े अवगुण ने, पर गुरबाणी दे विच जदों असीं वाक पढ़ लैंदे हाँ कि वो किसी प्रकार अवगुण को ना चितारदा गल सेती लायक, उदों परमेश्वर की माता वाली रिलाइजेशन साडे शरीर विच साडे जीवन विच चलदी है। जदों साडे अवगुणां दे प्रति सानूं कोई सुचेत करन लई उपदेश दिंदा है, जिवें पिता दे सामणे औलाद दा अवगुण प्रगट होवे तां वो थोड़ा सख्ती नाल पेश आउंदा है, वो उस तरह की भावना नहीं रखता। तो जदों गुरबाणी के अंदर सानू कुछ इस तरह के उपदेश जिवें जिन हर हिरदै नाम न बस्यो तिन मात कीजै हर बांझा, जदों इस तरह का उपदेश श्रवण करिए तो सानू गुरु की पिता वाली रिलाइजेशन पता लगे। तो जदों असी अपने मन के जिवें किसी वकार के अधीन होकर किया होया अत नीच कर्म जिहड़ा संसार नूं भी नहीं पता लग्या, पर जदों गुरु के सामने नझिझक होकर प्रगट करते हाँ तो यदा मतलब उरों गुरु का साडा दोस्त वाली जिहड़ी सत्ता है जां एहसास है वो साडे जीवन दे विच चल रहा। भाई गुरदास साहब जी दे ना वारां दे विच कदे बारीकी दे नाल देखिया जावे तो उन्होंने इन्हां नुकतिਆਂ नूं बड़ा कमाल दा बयान कीता है। तो गुरु साहब जी कहंदे इसे प्रकार तेन कला अस्थंभं सरोवरं नानक नह शजंत तरंग तोयणह। तो गुरु साहब जी कहंदे इसे प्रकार जे इन्हां सारियां चीज़ां नूं बिना आसरे तो मालक टका के रख सकदा है, तो इसे प्रकार जे तू उहदी याद के अभ्यास विच पै जाएगा। तो गुरु साहब जी कहंदे तेन कला अस्थंभं सरोवरं, संसार दे रसे रचे हुए इस सागर समुंदर दे विच सरोवर दे विच ਜਿਹੜੀਆਂ तू माया दीयां वड्डियां लहरां मनदा है, वासना दे जेड़े जवार भाटे सुनामियां मनदा है, नह शजंत तरंग तोयणह, वो माया दीयां लहरां तेरा कुछ भी विगाड़ नहीं सकदियां। पर इस तो पहला एक नुकता, जिवें उदाहरण के तौर पर जदों किसी इंसान की याद जां प्रतीत मर जाती है, भुल जाती है, तो वो इंसान दूजे लिए मुर्दा हो जाता है। इनू स्पष्ट करने के लिए एक प्रमाण आपदे सन्मुख रखा। किसी मदरसे दे विच एक मौलवी रोज़ाना बच्चों नूं पढ़ाया करता सी, तां रोज़ाना उन्हें पढ़ाउणा ते क्लास अपनी वो विद्या देण तो पहलां क्लास आरंभ करन तो पहलां उन्हें अक्सर एक वाक कहना कि अल्लाह ताला सब जगह व्यापक है, सानू सब नूं देख रहा है, हरेक किणके दे विच उहदा नूर है। इस तरह उन्हें उहदा तकिया कलाम सी। रोज़ाना क्लास आरंभ करनी पहला उन्हें ये वाक कहना। एक दिन उन्हें तकिया कलाम दोहराए ते नाल ही कह दिता तकिया कलाम दोहराउण तो बाद कि प्रश्न कर दिता बच्चों के सन्मुख कि कोई ऐसी जगह भी है जिथे अल्लाह ताला नहीं है, जिथे उहदी होंद नहीं है, जिथे उहदी व्यापकता नहीं है। जदों इन्नी गल कही बच्चे सारे हैरान। रोज़ाना तो आप ही कहता कि सारे जागे अल्लाह ताला, सारे पासे अल्लाह ताला व्यापक है। अज ये खुद ही कह रहे कि किसी जगह अल्लाह नहीं है। बच्चे दुविधा दे विच पै गए जिहड़े उहदे सारे तालब इलम सन कि हुण किहड़ी जगह कुरान दे विच ऐसा लिखिया है, ये साडा उस्ताद है, सानू रोज़ाना कहंदा रहा है, घर जाने माता पिता भी ऐसा कहंदे ने, साडा खुद का भी ऐसा विश्वास है। फिर हुण इहने प्रश्न क्यों कर दिता, कहंदा किहड़ी ऐसी जगह जिथे अल्लाह ताला दा जिहड़ा नूर है वो व्यापक नहीं, जिथे वो मौजूद नहीं है। तां सुभावक ही उहदे मूँह प्रश्न निकलिया सी। एक बच्चा खड़ा हो गया, कहन लगा जी तुहाडे इस प्रश्न का जवाब उस्ताद जी मेरे पास है। मौलवी बड़ा परेशान होया, मतलब बड़ा हैरान होया कि ये प्रश्न ही गलत है, तो ये गलत प्रश्न देने का भी उत्तर देने लई खड़ा हो गया। कहन लगा कि तैनूं पता कि ये प्रश्न ही गलत है। कहंदा पर वो सियाणा सी मौलवी, कहंदा जे ठीक है चल दस तेरे पास की जवाब है, किहड़ी जगह अल्लाह ताला नहीं है। कहंदा अगर जे अल्लाह ताला परमेश्वर किसी जगह नहीं है तो वो मनुख की याद विच नहीं है। जे मनुख की याद विच नहीं, होर सब किधरे है, मनुख नूं नहीं याद कि वो सारे पासे व्यापक। इस करके जिहड़ी चीज़ याद विच नहीं है वो नहीं है। जिवें उदाहरण के तौर ते इनूं सरल जिहा
ਘਰਾਂ ਦੇ ਵਿੱਚ ਸੁਆਣੀਆਂ ਕੰਮ ਕਰਦੀਆਂ ਨੇ। ਕਈ ਵਾਰੀ ਘਰ ਦੇ ਵਿੱਚ ਸਾਰੀਆਂ ਕੋਈ ਵਸਤ ਪਈ ਹੁੰਦੀ ਹੈ, ਪਰ ਉਹ ਚੇਤੇ ਦੇ ਵਿੱਚੋਂ ਨਿਕਲ ਜਾਂਦੀ ਹੈ ਕਿ ਇਹ ਵਸਤ ਆਪਣੇ ਘਰ ਦੇ ਵਿੱਚ ਹੈ, ਅਤੇ ਭੱਜ ਕੇ ਬਾਜ਼ਾਰ ਤੋਂ ਲੈ ਆਉਂਦੇ ਨੇ, ਉਹਦੇ ਨਾਲ ਆਪਣਾ ਸਮਾਨ ਸਭ ਕੁਝ ਵਸਤ ਬਣਾ ਲੈਂਦੇ ਨੇ। ਥੋੜ੍ਹੇ ਦਿਨਾਂ ਬਾਅਦ ਉਹੀ ਵਸਤ ਕਿਤੇ ਘਰ ਦੇ ਕਿਸੇ ਥਾਂ 'ਤੇ ਪਈ ਲੱਭ ਜਾਏ ਤਾਂ ਫਿਰ ਪਰੇਸ਼ਾਨ ਹੁੰਦੇ ਨੇ ਕਿ ਇਹ ਤਾਂ ਇੱਥੇ ਪਈ ਸੀ, ਬਾਜ਼ਾਰ ਤੋਂ ਲਿਆਉਣ ਦੀ ਕੀ ਲੋੜ ਸੀ। ਵਸਤ ਹੈ ਸੀ, ਪਰ ਅਗਰ ਜਾਤ ਦੇ ਵਿੱਚੋਂ ਨਿਕਲ ਗਈ ਤਾਂ ਨਹੀਂ ਸੀ। ਤਾਂ ਇਸੇ ਪ੍ਰਕਾਰ ਉਹ ਬੱਚਾ ਕਹਿਣ ਲੱਗਾ ਕਿ ਜਦੋਂ ਮਨੁੱਖ ਅੱਲਾਹ ਤਾਲਾ ਦੀ ਯਾਦ ਹੀ ਜਿਹੜੀ ਮਨੁੱਖ ਦੀ ਅਵਚੇਤਨ ਵਿੱਚੋਂ, ਉਹਦੀ ਬੁੱਧੀ ਦੇ ਵਿੱਚੋਂ, ਉਹਦੀ ਸਿਮਰਤੀ ਦੇ ਵਿੱਚੋਂ, ਉਹਦੇ ਭਾਵਾਂ ਦੇ ਵਿੱਚੋਂ ਨਿਕਲ ਗਈ ਅਤੇ ਉਹਦਾ ਮਤਲਬ ਹੋਂਦ ਉਹਦੀ ਨਹੀਂ ਹੈ। ਤਾਂ ਇਸੇ ਪ੍ਰਕਾਰ ਜਦੋਂ ਅਸੀਂ ਭੁੱਲ ਜਾਂਦੇ, ਇਸੇ ਕਰਕੇ ਕਹਿੰਦੇ ਨਾ, ਭੁੱਲ ਜਾਣਾ ਮਰ ਜਾਣਾ ਹੁੰਦਾ ਹੈ। ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦੇ ਨੇ ਕਿ ਮਾਲਕ ਜਿਵੇਂ ਮਰਜ਼ੀ ਹੈ, ਘੱਟੋ ਘੱਟ ਤੇਰੀ ਯਾਦ ਨਾ ਸਾਨੂੰ ਭੁੱਲੇ, ਕਿਉਂਕਿ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ, ਕਿ ਤੇਰੇ ਵਿਸਰਿਆਂ ਹੀ ਸਾਰਾ ਸੰਸਾਰ ਜਿਹੜਾ ਹੈ ਉਹ ਫਾਨੀ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੇਨ ਕਲਾ ਅਸਥੰਭੰ ਸਰੋਵਰੰ, ਇਸੇ ਪ੍ਰਕਾਰ ਸੰਸਾਰ ਦਾ ਸਾਰਾ ਜਿਹੜਾ ਮਾਲਕ ਨੇ ਰਚਨਾ ਵਿਧਾਨ ਗੁਰੂ ਸਾਹਿਬ ਜੀ ਕਹਿੰਦੇ ਰਚਿਆ, ਉਹਦੇ ਵਿੱਚ ਲਹਿਰਾਂ ਵੀ ਪੈਦਾ ਕੀਤੀਆਂ ਹੋਈਆਂ ਹਨ, ਪਰ ਜੇ ਤੈਨੂੰ ਉਹਦੀ ਯਾਦ ਰਹੇਗੀ ਤਾਂ ਤੈਨੂੰ ਇਹ ਲਹਿਰਾਂ ਪੋਹ ਨਹੀਂ ਸਕਣਗੀਆਂ। ਇਹ ਲਹਿਰਾਂ ਤੇਰੇ ਜੀਵਨ ਦੇ ਉੱਪਰ ਕੋਈ ਮਾਰੂ ਪ੍ਰਭਾਵ ਨਹੀਂ ਪਾ ਸਕਣਗੀਆਂ। ਤਰੰਗ ਤੋਇਣਹ, ਤੋਇਣ ਤਰੰਗ ਦਾ ਭਾਵ ਮਾਇਆ ਦੀਆਂ ਪ੍ਰਬਲ ਲਹਿਰਾਂ। ਹੁਣ ਇਹਨਾਂ ਪ੍ਰਬਲ ਲਹਿਰਾਂ ਦਾ ਜ਼ਿਕਰ ਆਪ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਸ਼ਰਵਣ ਕੀਤਾ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਪੰਜਾਂ ਵਕਾਰਾਂ ਬਾਬਤ ਬੜੇ ਵਿਸਥਾਰ ਦੇ ਨਾਲ ਸਾਨੂੰ ਦ੍ਰਿੜ ਕਰਵਾਇਆ ਸੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਸ਼ਜੰਤ ਤਰੰਗ ਤੋਇਣਹ। ਗੁਰਬਾਣੀ ਦੇ ਵਿੱਚ ਸਾਨੂੰ ਅਰਦਾਸ ਦੇ ਬੜੇ ਕਮਾਲ ਦੇ ਢੰਗ ਸਿਖਾਏ ਨੇ। ਸੋਰਠ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰਹੁ ਤਾਰਨ ਹਾਰੇ। ਮੈਂ ਆਪਣੇ ਬਚਪਨ ਦੇ ਵਿੱਚ ਨਗਰ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਵਿਖੇ ਜਾਂ ਕਿਤੇ ਕੋਈ ਸਮਾਗਮ ਹੋਣਾ ਤਾਂ ਬਜ਼ੁਰਗ ਗ੍ਰੰਥੀ ਸਨ, ਉਹਨਾਂ ਦੀ ਅਰਦਾਸ ਸੁਣਦਾ ਹੁੰਦਾ ਸਾਂ। ਤਾਂ ਬਚਪਨ ਦੇ ਵਿੱਚ ਸਮਝ ਨਾ ਆਉਣੀ ਕਿ ਇਹ ਕਿਹੋ ਜਿਹੇ ਸ਼ਬਦ ਵਰਤਦੇ ਨੇ। ਉਹਦੇ ਵਿੱਚ ਉਹ ਸ਼ਬਦ ਵਰਤਦੇ ਸਨ, ਹੇ ਅਕਾਲ ਪੁਰਖ ਪ੍ਰੀਤਮ ਕਲਯੁਗ ਦੇ ਤਪਦੇ ਚੁੱਲ੍ਹਿਆਂ ਤੋਂ ਬਚਾਈ। ਤਾਂ ਮੈਂ ਸੋਚਦਾ ਰਹਿੰਦਾ ਸਾਂ, ਨਾ ਮੈਨੂੰ ਕਲਯੁਗ ਦੀ ਸਮਝ ਸੀ, ਨਾ ਤਪਦੇ ਚੁੱਲ੍ਹਿਆਂ ਦੀ ਸਮਝ ਸੀ। ਮੈਂ ਸੋਚਦਾ ਸੀ ਪਤਾ ਨਹੀਂ ਕਿਹੜੇ ਵਾਕ ਕਹਿੰਦੇ ਰਹਿੰਦੇ ਨੇ। ਹੁਣ ਜਦੋਂ ਜੀਵਨ ਦੇ ਵਿੱਚ ਅਨੁਭਵ ਸਾਖਿਆਤ ਹੋਣੇ ਸ਼ੁਰੂ ਹੋਏ ਨੇ ਤਾਂ ਪਤਾ ਲੱਗਦਾ ਕਿ ਜੀਵ ਇਸ ਕਲਯੁਗ ਦੇ ਵਿੱਚ ਜਿਹੜਾ ਵਿਕਾਰਾਂ ਦਾ ਜਾਂ ਪੰਜਾਂ ਦੂਤਾਂ ਦੀ ਮਾਰ ਦਾ ਪ੍ਰਭਾਵ ਵਧਿਆ ਹੋਇਆ ਹੈ, ਉਹਦੇ ਵਿੱਚ ਜੀਵ ਕਿਵੇਂ ਜਲ ਰਹੇ ਨੇ। ਇਹਦਾ ਮਤਲਬ ਉਹਨਾਂ ਦੇ ਹਿਰਦੇ ਵਿੱਚ ਕਿਤੇ ਇਹ ਗਹਿਰਾ ਅਹਿਸਾਸ ਹੁੰਦਾ ਸੀ ਕਿ ਜਿਹੜਾ ਵਿਕਾਰਾਂ ਦੀ ਤਪਸ਼ ਹੈ ਜੀਵਨ ਨੂੰ ਕਦੇ ਵੀ ਸਾੜ ਸਕਦੀ ਹੈ। ਇਸ ਕਰਕੇ ਆਪਣੀ ਅਰਦਾਸ ਵਿੱਚੋਂ ਭੋਲੇ ਭਾਅ ਦੇ ਵਿੱਚ ਇਹ ਸ਼ਬਦ ਸ਼ਾਮਲ ਕਰ ਲੈਂਦੇ ਸਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਹ ਨਾਨਕ ਨਹਿ ਸ਼ਜੰਤ ਤਰੰਗ ਤੋਇਣਹ, ਜੇ ਤੈਨੂੰ ਉਹਦੇ ਉੱਪਰ ਅਟਲ ਵਿਆਪਕ ਆਸਰਾ ਰਵੇ। ਤਾਂ ਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਵਿੱਚ ਬਖਸ਼ ਕੀਤੀ ਸੀ, ਭਗਤ ਵਸ਼ਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ। ਇਸੇ ਪ੍ਰਕਾਰ ਮਾਇਆ ਦੀਆਂ ਲਹਿਰਾਂ ਕਰਕੇ ਉਹ ਕਦੇ ਸਾਡੇ ਜੀਵਨ ਨੂੰ ਨਹੀਂ। ਹੁਣ ਇਸੇ ਕਰਕੇ ਹੁਣ ਇਹਦੀ ਸਾਧਨਾ ਕੀ ਬਣਦੀ ਹੈ, ਇਹ ਨੁਕਤਾ ਬਣਦਾ ਹੈ। ਹੁਣ ਇਹਦੀ ਸਾਧਨਾ ਬਣਦੀ ਹੈ ਕਿ ਇੱਕ ਦਿਨ ਮਨੁੱਖ, ਇੱਕ ਦਿਨ ਤਾਂ ਬਹੁਤ ਵੱਡਾ ਹੋ ਜਾਂਦਾ, 1 ਘੰਟਾ ਕਹਿ ਲਿਆ ਜਾਵੇ, 1 ਘੰਟਾ ਕੇਵਲ ਏਕਾਂਤ ਦੇ ਵਿੱਚ ਬੈਠ ਕੇ ਆਪਣੇ ਮਨ ਦੇ ਦ੍ਰਸ਼ਟਾ ਹੋ ਕੇ। ਮਨ ਦੀਆਂ 2 ਹੋਂਦਾਂ ਨੇ, ਇੱਕ ਪ੍ਰਕਾਸ਼ਮਈ, ਇੱਕ ਅੰਧਕਾਰਮਈ। ਅੰਧਕਾਰਮਈ ਹੋਂਦ ਦੇ ਵਿੱਚ ਵਿਕਾਰਾਂ ਦੇ ਫੁਰਨੇ ਆਉਣਗੇ ਜਾਂ ਕੋਈ ਵੀ ਫੁਰਨਾ ਆ ਸਕਦਾ ਹੈ। ਜਿਹੜਾ ਪ੍ਰਕਾਸ਼ਮਈ ਮਨ ਹੈ ਉਹ ਅੰਧਕਾਰਮਈ ਮਨ ਦੀ ਸਾਰੀ ਜਿਹੜੀ ਉਹਦੀ ਭਟਕਣ ਹੈ ਉਹਨੂੰ ਨੋਟ ਕਰੇਗਾ। ਤਾਂ 1 ਘੰਟਾ ਕਿਤੇ ਇਕਾਂਤ ਦੇ ਵਿੱਚ ਬੈਠ ਕੇ ਤਾਂ ਆਪਣੇ ਪ੍ਰਕਾਸ਼ਮਈ ਮਨ ਦੇ ਦੁਆਰਾ ਅੰਧਕਾਰਮਈ ਮਨ ਦੇ ਸਾਰੇ ਫੁਰਨਿਆਂ ਨੂੰ ਨੋਟ ਕੀਤਾ ਜਾਏ ਤਾਂ ਹੋ ਸਕਦਾ ਹੈ ਕੁਝ ਨਾ ਕੁਝ ਸਾਨੂੰ ਸਪਸ਼ਟ ਹੋ ਜਾਏ, ਪਤਾ ਲੱਗ ਜਾਏਗਾ ਕਿ ਜਿਹੜਾ ਮਨ ਦੇ ਵਿੱਚੋਂ ਆਹ ਫੁਰਨਾ ਆਇਆ ਹੈ ਇਹ ਮਾਇਆ ਦੀ ਕਿਸ ਵਿਕਾਰ ਦੀ ਲਹਿਰ ਦਾ ਕਿਹੜਾ ਰੂਪ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਹਿਲਾਂ ਇਹਨੂੰ ਚੀਨਣਾ ਪਏਗਾ, ਆਪਣੇ ਰੋਗ ਦੀ ਸਮੱਸਿਆ ਨੂੰ ਗਹਿਰਾ ਜਾ ਕੇ ਲੱਭਣਾ ਪਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਹਨੂੰ ਚੀਨੋਗੇ ਫਿਰ ਦੂਜੇ ਪਾਸੇ ਦੇਖੋਗੇ ਕਿ ਅਕਲ ਕਰਤੇ ਇਹਨੂੰ ਕੱਢ ਦਿੱਤਾ, ਭਾਵ ਕਿ ਪ੍ਰਕਾਸ਼ਮਈ ਮਨ ਨੇ ਜਦੋਂ ਅੰਧਕਾਰਮਈ ਮਨ ਦੇ ਫੁਰਨੇ 'ਤੇ ਦਬਾਅ ਪਾਇਆ ਤਾਂ ਵਿਕਾਰ ਦਾ ਫੁਰਨਾ ਤਾਂ ਮਨ 'ਚੋਂ ਚਲ ਗਿਆ, ਪਰ ਉਹ ਇਹ ਖਿਆਲ ਬਣਿਆ ਰਿਹਾ ਕਿ ਦੁਬਾਰਾ ਦਖਲ ਦੇ ਸਕਦਾ ਹੈ। ਤਾਂ ਫਿਰ ਕੀ ਕੀਤਾ, ਫਿਰ ਉਹਦੀ ਬੰਦਗੀ ਦਾ ਓਟ ਸਾਡੇ ਪਾਸ ਆਇਆ ਔਰ ਉਹ ਆਇਆ ਸ਼ਬਦ ਰੂਪ ਦੇ ਵਿੱਚ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਨਹਿ ਸ਼ਜੰਤ ਤਰੰਗ ਤੋਇਣਹ,
ਤਾਂ ਇਸੇ ਪ੍ਰਕਾਰ ਹੁਣ ਕਈ ਵਾਰੀ ਜਿਹੜੇ ਬੜੇ ਵੱਡੇ ਬੰਦਗੀ ਅਭਿਆਸ ਵਾਲੇ ਹਨ, ਜਿਵੇਂ ਮੈਂ ਕਈ ਆਪਣੀ ਜ਼ਿੰਦਗੀ 'ਚ ਬਹੁਤ ਦੇਖੇ ਨੇ ਇਸ ਤਰ੍ਹਾਂ ਦੇ, ਤਾਂ ਉਹ ਕਈ ਦਿਨ ਇੱਕੋ ਪੰਕਤੀ ਦਾ ਸਾਰਾ ਦਿਨ ਜਾਪ ਕਰਨਗੇ। ਤਾਂ ਮੈਂ ਕਈ ਵਾਰ ਕਹਿਣਾ ਜੀ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ। ਤਾਂ ਉਹ ਕਹਿੰਦੇ ਦਰਅਸਲ ਕਿਵੇਂ ਹੈ ਵੀ ਜਿਹਨੇ ਵਿਕਾਰਾਂ ਦੇ ਸੰਗ ਸਾਡਾ ਜੀਵਨ ਹੈ ਅਤੇ ਵਿਕਾਰ ਦੀ ਲਹਿਰ ਇੱਕ ਆਈ ਹੈ, ਮਤਲਬ ਕਈ ਇੰਨਾ ਸਾਦਿਆ ਜੀਵਨ ਬਤੀਤ ਕਰਦੇ ਨੇ ਕਿ ਸਵੇਰ ਵੇਲੇ ਕੇਵਲ ਇੱਕ ਫੁਰਨਾ ਆਇਆ ਵਿਕਾਰ ਦਾ, ਸਾਰਾ ਦਿਨ ਉਹਦੀ ਸਾਧਨਾ ਕੀਤੀ, ਅਤੇ ਸਾਡੀ ਸਾਧਨਾ 8 ਵਜੇ ਸਿਮਟ ਜਾਂਦੀ ਹੈ। 8 ਵਜੇ ਤੋਂ ਬਾਅਦ ਸਾਡੇ ਜੀਵਨ 'ਚ ਕੋਈ ਐਸਾ ਲੱਛਣ ਨਹੀਂ, ਜਿਵੇਂ ਮੇਰੇ ਕਈ ਨਿਕਟ ਵਰਤੀਆਂ ਨੇ ਇਸ ਤਰ੍ਹਾਂ ਦਾ ਇਤਰਾਜ਼ ਕੀਤਾ ਕਿ ਸਾਰਾ ਦਿਨ ਗੁਰਬਾਣੀ ਦੇ ਮਨੋਭਾਵਾਂ ਦੇ ਵਿੱਚ ਰਹਿਣਾ ਮਤਲਬ ਇਹ ਠੀਕ ਜੀ ਨਹੀਂ ਗੱਲ, ਥੋੜ੍ਹਾ ਜਿਹਾ ਹਲਕਾ ਫੁਲਕਾ ਜਿਹਾ ਵੀ ਜੀਵਨ ਹੋਣਾ ਚਾਹੀਦਾ। ਤਾਂ ਗੁਰੂ ਸਾਹਿਬ ਜੀ ਸਾਨੂੰ ਕਿ ਫਰਮਾਉਂਦੇ ਹਨ, ਨਾਨਕ ਨਹਿ ਛਜੰਤ ਤਰੰਗ ਤੋਏ ਅਣਹ। ਦਰਅਸਲ ਜਿੰਨਾ ਕਿਸੇ ਨੂੰ ਗਹਿਰਾ ਮਹਿਸੂਸ ਹੁੰਦਾ ਹੈ, ਜਿੰਨੀ ਜ਼ਿਆਦਾ ਸਮੱਸਿਆ ਗਹਿਰੀ, ਉਦਾਹਰਨ ਦੇ ਤੌਰ 'ਤੇ ਇਹਨੂੰ ਪ੍ਰਮਾਣ ਰੱਖਾਂ, ਕਿਸੇ ਪਰਿਵਾਰ ਦੇ ਵਿੱਚ ਕਰਜ਼ੇ ਦਾ ਸੰਕਟ ਆ ਜਾਵੇ ਨਾ, ਅਤੇ ਜਿੰਨਾ ਗਹਿਰਾ ਪਿਤਾ ਨੂੰ ਮਹਿਸੂਸ ਹੁੰਦਾ ਹੈ ਜਾਂ ਮਾਤਾ ਨੂੰ, ਓਨਾ ਗਹਿਰਾ ਔਲਾਦ ਨੂੰ ਮਹਿਸੂਸ ਨਹੀਂ ਹੁੰਦਾ। ਔਲਾਦ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਜੀਵਨ ਦਾ ਆਨੰਦ ਮਾਣ ਰਹੀ ਹੁੰਦੀ ਹੈ। ਇਸ ਕਰਕੇ ਜਦੋਂ ਕਦੇ ਸਾਹਿਤ ਪੜ੍ਹੋ ਤਾਂ ਉਹਦੇ ਵਿੱਚ ਆਉਂਦਾ ਲੜਕੀ ਦਾ ਕਾਰਜ ਉਹਦਾ ਪਿਤਾ ਝੂਰ ਰਿਹਾ ਸੀ ਜਾਂ ਮਾਤਾ ਉਹਦੀ ਪਛੇਮਾਨ ਸੀ। ਉੱਥੇ ਇਹ ਨਹੀਂ ਆਉਂਦਾ ਕਿ ਉਹਦੇ ਭਰਾ ਚਿੰਤਾ 'ਚ ਸੀ। ਇਹਦਾ ਮਤਲਬ ਕੋਈ ਨਾ ਕੋਈ ਇਵੇਂ ਜਿਹੜੇ ਗੁਰਬਾਣੀ ਦੀ ਗੁਰੂ ਦੀ ਕਿਰਪਾ ਕਰਕੇ ਬਹੁਤ ਗਹਿਰੇ ਜਾਗ ਜਾਂਦੇ ਹਨ, ਉਹਨਾਂ ਨੂੰ ਫਿਰ ਜੀਵਨ ਦੇ ਜਿਹੜੇ ਅਧਿਆਤਮਿਕ ਸੰਕਟ ਹਨ ਉਹ ਬਹੁਤ ਜ਼ਿਆਦਾ ਗਹਿਰੇ ਮਹਿਸੂਸ ਹੁੰਦੇ ਹਨ, ਤਾਂ ਕਰਕੇ ਉਹਨਾਂ ਦੀ ਸਾਰੀ ਸਾਧਨਾ ਉੱਧਰਲੇ ਪਾਸੇ ਹੀ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ, ਨਾਨਕ ਨਹਿ ਛਜੰਤ ਤਰੰਗ ਤੋਏ ਅਣਹ। ਅਤੇ ਮਾਇਆ ਦੀ ਲਹਿਰਾਂ ਕਿਸੇ ਪ੍ਰਕਾਰ ਭਗਤ ਸਾਹਿਬਾਨਾਂ ਨੇ ਵੀ, ਵੇਖੋ ਹੁਣ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਹਾਂ ਨਾ, ਸਾਡੀ ਆਪਣੀ ਗੱਲ ਤਾਂ ਕਿਤੇ ਰਹੀ, ਸਾਡੀ ਤਾਂ ਕੋਈ ਗਿਣਤੀ ਨਹੀਂ ਹੈ, ਪਰ ਭਗਤ ਸਾਹਿਬਾਨ ਜਿਨ੍ਹਾਂ ਦਾ ਇੰਨਾ ਉੱਚਾ ਜੀਵਨ ਹੈ, ਭਗਤ ਸਾਹਿਬਾਨ ਵੀ ਆਖਦੇ ਹਨ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਜਾਂ ਭਗਤ ਸਾਹਿਬਾਨ ਆਖਦੇ ਹਨ, ਲੋਭ ਲਹਿਰਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਕਿ ਇਹ ਲਹਿਰਾਂ ਕਿਤੇ ਨਾ ਕਿਤੇ ਜੀਵਨ ਨੂੰ ਖਪਾ ਸਕਦੀਆਂ ਨੇ। ਇਸ ਕਰਕੇ ਮਾਲਕ ਤੇਰਾ ਓਟ ਆਸਰਾ ਚਾਹੀਦਾ। ਇਸੇ ਕਰਕੇ ਭਗਤ ਸਾਹਿਬਾਨਾਂ ਨੇ ਮੁੱਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ, ਕਿ ਤੂੰ ਵਿਸਰ ਗਿਆ, ਜਦੋਂ ਵਿਸਰ ਜਾਂਦਾ ਉਦੋਂ ਮਤਲਬ ਹੈ ਨਹੀਂ। ਤਾਂ ਇਸੇ ਕਰਕੇ ਭਾਈ ਨੰਦ ਲਾਲ ਜੀ ਵੀ ਆਖਦੇ ਨੇ, ਗਫਲਤ ਅੱਜ ਵੈ ਜਕ ਜਮਾ ਸਦ ਮਰਗ ਦਾ, ਜ਼ਿੰਦਗੀ ਯਾਦ ਨਸਤ ਨਿਜ਼ਦ ਆਕਿਲਾਂ, ਕਿ ਰੱਬ ਤੋਂ ਇੱਕ ਭਾਰ ਅਵੇਸਲੇ ਰਹਿਣਾ ਉਹਦੀ ਯਾਦ ਤੋਂ, ਜਕ ਜਮਾ ਸਦ ਮਰਗ ਦਾ, ਇੱਕ ਪਲ ਉਹਦੀ ਯਾਦ ਤੋਂ ਅਵੇਸਲੇ ਰਹਿਣਾ 100 ਮੌਤਾਂ ਦੇ ਬਰਾਬਰ ਹੈ। ਜ਼ਿੰਦਗੀ ਯਾਦ ਅਸਤ ਨਿਜ਼ਦ ਆਕਲਾਂ, ਅਤੇ ਤੇਰੀ ਜ਼ਿੰਦਗੀ ਜਿਉਂਦੀ ਹੋਈ ਉਦੋਂ ਹੀ ਸਮਝੀ ਜਾਏਗੀ ਜਦੋਂ ਇਹ ਪਰਮੇਸ਼ਰ ਦੀ ਯਾਦ ਵਿੱਚ ਧੜਕਦੀ ਹੈ। ਤਾਂ ਸਤਿਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦੀ ਹੋਂਦ ਹੈ, ਵਿਆਪਕ ਹੈ ਔਰ ਸਦੀਵੀ ਹੈ। ਸਾਡੇ ਅਹਿਸਾਸ ਬੋਧ ਕਰਨ ਦੇ ਵਿੱਚ ਜਦੋਂ ਉਹਦਾ ਭਾਵ ਬਿਲਕੁਲ ਦ੍ਰਿੜ ਹੋ ਜਾਏਗਾ, ਅਤੇ ਫਿਰ ਉਹਨੂੰ ਉਹਦਾ ਓਟ ਆਸਰਾ ਤਾਣ ਵਿਆਪਕ ਸਮਝ ਆਏਗਾ, ਫਿਰ ਉਹਦੇ ਸਦਕਾ ਹੀ ਸਾਡਾ ਵਿਸ਼ਵਾਸ ਦ੍ਰਿੜ ਹੋਏਗਾ। ਜਦੋਂ ਵਿਸ਼ਵਾਸ ਪੂਰੀ ਤਰ੍ਹਾਂ ਪਰਿਪੱਕ ਹੋ ਗਿਆ, ਅਤੇ ਫਿਰ ਜੀਵਨ ਦੇ ਵਿੱਚ ਸਭ ਜਗ੍ਹਾ ਉਹ ਸਾਨੂੰ ਆਪਣਾ ਸਹਾਇਕ ਲੱਗੇਗਾ। ਅਤੇ ਜਦੋਂ ਉਹ ਸਹਾਇਕ ਹੋ ਗਿਆ, ਫਿਰ ਉਹਦੀ ਸਹਾਇਤਾ ਨੂੰ ਬਾਣੀ ਰੂਪ ਕਰਕੇ, ਸ਼ਬਦ ਰੂਪ ਕਰਕੇ ਅਸੀਂ ਮਹਿਸੂਸ ਕਰਾਂਗੇ ਅਤੇ ਉਹਨੂੰ ਆਪਣਾ ਆਧਾਰ ਬਣਾਵਾਂਗੇ। ਫਿਰ ਸਾਡਾ ਜੀਵਨ ਮਾਇਆ ਦੀਆਂ ਲਹਿਰਾਂ ਤੋਂ ਰੱਖਿਅਤ ਹੋ ਸਕੇਗਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਸਫਲਾ ਹੋਵੇ। ਤਾਂ ਇਹ ਪੰਡਤਾਂ ਦਾ ਕੰਮ ਸੀ ਕਿ ਰੱਬ ਹੈ ਨਹੀਂ ਜਾਂ ਨਹੀਂ, ਉਹਦੇ ਝਗੜੇ ਵਿੱਚ ਪੈਣਾ। ਗੁਰਸਿੱਖਾਂ ਦਾ ਵਿਸ਼ਵਾਸ ਪਰਿਪੱਕ ਹੈ, ਤਾਂ ਗੁਰੂ ਕਿਰਪਾ ਕਰੇ ਅਕਾਲ ਪੁਰਖ ਦੀ ਹਸਤੀ ਦਾ ਦ੍ਰਿੜ ਵਿਸ਼ਵਾਸ, ਉਹਦੇ ਨਾਮ ਆਧਾਰ, ਨਾਮ ਰੂਪ, ਨਾਮ ਰਸ, ਨਾਮ ਨਾਰਾਇਣ ਦਾ ਸਾਰੇ ਭਾਵ ਸਾਡੇ ਹਿਰਦੇ ਵਿੱਚ ਦ੍ਰਿੜ ਰਹਿਣ। ਸਾਡਾ ਸਾਰਿਆਂ ਦਾ ਜੀਵਨ ਗੁਰੂ ਕਿਰਪਾ ਵਾਲਾ ਬਣਿਆ ਰਹੇ ਜੀ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਸਤਿਗੁਰੂ ਕਿਰਪਾ ਕਰਨ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ